ਸਤਿ ਸ਼੍ਰੀ ਅਕਾਲ ਜੀ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਜਿਸ ਦਾ ਨਾਮ ਹੈ ਕ੍ਰਿਸ਼ ਐਜੂਟੈਕ ਚੈਨਲ। ਪਿਆਰੇ ਵਿਦਿਆਰਥੀਓ, ਵਿਗਿਆਨ ਵਿਸ਼ੇ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਵੀਡੀਓ ਪ੍ਰਾਪਤ ਕਰਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਸਾਹਮਣੇ ਜੋ ਬੈਲ ਆਈਕਨ ਦਾ ਬਟਨ ਹੈ ਉਸ ਨੂੰ ਕਲਿੱਕ ਕਰੋ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਪ੍ਰਾਪਤ ਹੋ ਸਕੇ। ਸੋ ਪਿਆਰੇ ਬੱਚਿਓ, ਅੱਜ ਇਸ ਵੀਡੀਓ ਵਿੱਚ ਜੋ ਸਾਡਾ 10ਵੀਂ ਕਲਾਸ ਦਾ ਵਿਗਿਆਨ ਵਿਸ਼ੇ ਦਾ ਪਹਿਲਾ ਅਧਿਆਇ ਹੈ ਉਸ ਨੂੰ ਅਸੀਂ ਪੂਰਾ ਕਰਾਂਗੇ। ਪਹਿਲੀਆਂ ਦੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈ ਕਿ ਰਸਾਇਣਿਕ ਕਿਰਿਆਵਾਂ ਕਿਸ ਨੂੰ ਕਹਿੰਦੇ ਹਨ ਅਤੇ ਦੂਸਰੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਰਸਾਇਣਿਕ ਸਮੀਕਰਨਾਂ ਨੂੰ ਅਸੀਂ ਬੈਲੈਂਸ ਕਿਵੇਂ ਕਰਾਂਗੇ। ਸੋ ਇਸ ਤੀਸਰੀ ਵੀਡੀਓ ਦੇ ਵਿੱਚ ਮੈਂ ਬਾਕੀ ਬਚਦਾ ਜੋ ਅਧਿਆਇ ਹੈ ਉਸ ਨੂੰ ਪੂਰਾ ਕੀਤਾ ਹੈ। ਸੋ ਆਓ ਚੱਲਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਅਸੀਂ ਟੌਪਿਕ ਕਵਰ ਕਰ ਰਹੇ ਹਾਂ ਉਹ ਹੈ ਕਿ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ। ਦੂਸਰੇ ਨੰਬਰ 'ਤੇ ਆਕਸੀਕਰਨ ਅਤੇ ਲਘੂਕਰਨ ਕੀ ਹੁੰਦਾ ਹੈ। ਤੀਜੇ ਨੰਬਰ 'ਤੇ ਅਸੀਂ ਕਰਾਂਗੇ ਕਰੋਜ਼ਨ ਕੀ ਹੁੰਦਾ ਹੈ, ਖੋਰਨ ਕੀ ਹੁੰਦਾ ਹੈ। ਅੰਤ ਵਿੱਚ ਅਸੀਂ ਕਰਾਂਗੇ ਦੁਰਗੰਧਤਾ ਦੇ ਕਾਰਨ ਕੀ ਹੋ ਸਕਦੇ ਹਨ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ। ਤਾਂ ਚਾਰ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਹੈ ਸੰਯੋਜਨ ਕਿਰਿਆ, ਜਿਸ ਨੂੰ ਅਸੀਂ ਕੰਬੀਨੇਸ਼ਨ ਰਿਐਕਸ਼ਨ ਵੀ ਆਖਦੇ ਹਾਂ। ਦੂਸਰਾ ਅਸੀਂ ਕਰਦੇ ਹਾਂ ਅਪਘਟਨ ਕਿਰਿਆ, ਜਿਸ ਨੂੰ ਅਸੀਂ ਡੀਕੰਪੋਜੀਸ਼ਨ ਰਿਐਕਸ਼ਨ ਆਖਦੇ ਹਾਂ। ਤੀਸਰਾ ਹੈ ਵਿਸਥਾਪਨ ਕਿਰਿਆ, ਜਿਸ ਨੂੰ ਡਿਸਪਲੇਸਮੈਂਟ ਰਿਐਕਸ਼ਨ ਵੀ ਆਖਦੇ ਹਾਂ। ਅਤੇ ਲਾਸਟ ਵਿੱਚ ਹੈ ਦੋਹਰਾ ਵਿਸਥਾਪਨ ਕਿਰਿਆ, ਡਬਲ ਡਿਸਪਲੇਸਮੈਂਟ ਰਿਐਕਸ਼ਨ। ਸੋ ਬੱਚਿਓ, ਅਗਰ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਹੈ ਸੰਯੋਜਨ ਕਿਰਿਆ, ਜਿਸ ਨੂੰ ਅਸੀਂ ਕਹਿੰਦੇ ਹਾਂ ਕੰਬੀਨੇਸ਼ਨ ਰਿਐਕਸ਼ਨ ਜਾਂ ਇਸ ਨੂੰ ਅਸੀਂ ਸਿੰਥਸਿਸ ਰਿਐਕਸ਼ਨ ਵੀ ਆਖ ਦਿੰਦੇ ਹਾਂ। ਇਸ ਦੀ ਡੈਫੀਨੇਸ਼ਨ ਹੈ ਇਟ ਇਜ਼ ਅ ਟਾਈਪ ਆਫ ਰਿਐਕਸ਼ਨ ਵੇਅਰ ਟੂ ਔਰ ਮੋਰ ਐਲੀਮੈਂਟਸ ਔਰ ਕੰਪਾਊਂਡਸ ਰਿਐਕਟੈਂਟਸ ਕੰਬਾਈਨ ਟੂ ਫਾਰਮ ਏ ਸਿੰਗਲ ਪ੍ਰੋਡਕਟ। ਮਤਲਬ ਪੰਜਾਬੀ ਵਿੱਚ ਕਿ ਉਹ ਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਇਕੱਲਾ ਉਤਪਾਦ ਬਣਾਉਂਦੇ ਹਨ ਉਸ ਨੂੰ ਕੀ ਕਹਿ ਦਿੰਦੇ ਹਾਂ ਅਸੀਂ, ਸੰਯੋਜਨ ਕਿਰਿਆ। ਅਸੀਂ ਇਸ ਨੂੰ ਐਗਜ਼ਾਮਪਲ ਦੇ ਨਾਲ ਸਮਝਾਂਗੇ ਕਿ ਸੰਯੋਜਨ ਕਿਰਿਆ ਕਹਿੰਦੇ ਕਿਸ ਨੂੰ ਹਨ। ਸੋ ਸਭ ਤੋਂ ਪਹਿਲਾਂ ਜੋ ਮੈਂ ਐਗਜ਼ਾਮਪਲ ਲਈ ਹੈ ਬੜੀ ਸਿੰਪਲ ਲਈ ਹੈ ਕਿ A ਅਭਿਕਾਰਕ ਜਦੋਂ B ਅਭਿਕਾਰਕ ਦੇ ਨਾਲ ਮਿਲਦਾ ਹੈ ਤਾਂ ਉਹ ਕੀ ਬਣਾਉਂਦਾ ਹੈ, AB ਉਤਪਾਦ ਬਣਾ ਦਿੰਦਾ ਹੈ। ਬੱਚੇ ਦੇਖ ਸਕਦੇ ਹਨ ਚਿੱਤਰ ਦੇ ਵਿੱਚ ਬਿਲਕੁਲ ਕਲੀਅਰ ਹੈ ਕਿ AB ਮਿਲਣ 'ਤੇ ਕੀ ਬਣ ਰਿਹਾ ਹੈ, AB ਉਤਪਾਦ। ਇਸੇ ਤਰ੍ਹਾਂ ਹੀ ਹਰੇ ਰੰਗ ਦੇ ਦੋ ਕੈਲਸ਼ੀਅਮ ਦੇ ਪਰਮਾਣੂ ਹਨ, ਦੋ ਐਟਮਸ ਹਨ। ਜਦੋਂ ਆਕਸੀਜਨ ਦੇ ਦੋ ਐਟਮਸ ਦੇ ਨਾਲ ਮਿਲਦੇ ਹਨ ਤਾਂ ਕੀ ਬਣਦਾ ਹੈ, ਕੈਲਸ਼ੀਅਮ ਆਕਸਾਈਡ। ਤੀਜੀ ਜੋ ਮੈਂ ਇੱਥੇ ਉਦਾਹਰਨ ਲਈ ਹੈ ਉਹ ਹੈ ਹਾਈਡਰੋਜਨ ਅਤੇ ਆਕਸੀਜਨ ਜਦੋਂ ਮਿਲਦੇ ਹਨ ਤਾਂ ਕੀ ਬਣਾਉਂਦੇ ਹਨ, ਪਾਣੀ ਬਣਾ ਦਿੰਦੇ ਹਨ। ਸੋ ਇਹ ਤਿੰਨ ਐਗਜ਼ਾਮਪਲਾਂ ਤੋਂ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਵੇਗਾ ਕਿ ਕੰਬੀਨੇਸ਼ਨ ਰਿਐਕਸ਼ਨ ਕੀ ਹੁੰਦੇ ਹਨ ਅਤੇ ਕਿਸ ਤਰ੍ਹਾਂ ਹੁੰਦੇ ਹਨ। ਇਸ ਕਿਰਿਆ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਮਝਾਉਣ ਲਈ ਮੈਂ 10ਵੀਂ ਕਲਾਸ ਦੇ ਵਿੱਚੋਂ ਹੀ ਐਗਜ਼ਾਮਪਲ ਲਈ ਹੈ ਤਾਂ ਕਿ ਬੱਚੇ ਆਪਣੀ ਕਿਤਾਬ ਦੇ ਨਾਲ ਵੀ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਸਕਣ। ਤੁਹਾਡੀ 10ਵੀਂ ਕਿਤਾਬ ਦੀ ਜੋ ਵਿਗਿਆਨ ਵਿਸ਼ੇ ਦੀ ਕਿਤਾਬ ਹੈ ਉਸ ਵਿੱਚ ਕਿਰਿਆ ਨੰਬਰ 1.4 ਵਿੱਚ ਇਹ ਦੱਸਿਆ ਹੈ। ਇੱਕ ਕਿਰਿਆ ਹੈ 1.4, ਬੱਚੇ ਦੇਖ ਸਕਦੇ ਹਨ। ਉਸ ਵੀ ਕਿਰਿਆ ਵਿੱਚ ਕੀ ਹੈ ਕਿ ਇੱਕ ਬੀਕਰ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਕੈਲਸ਼ੀਅਮ ਆਕਸਾਈਡ ਲਿਆ ਹੈ ਜਿਸ ਨੂੰ ਕਿ ਅਸੀਂ ਕਹਿ ਦਿੰਦੇ ਹਾਂ ਅਣਬੁੱਝਿਆ ਚੂਨਾ। ਉਸ ਅਣਬੁੱਝੇ ਚੂਨੇ ਦੇ ਵਿੱਚ ਜਦੋਂ ਅਸੀਂ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਉਂਦੇ ਹਾਂ ਤਾਂ ਤੁਸੀਂ ਕੀ ਦੇਖੋਗੇ ਕਿ ਜੋ ਕੈਲਸ਼ੀਅਮ ਆਕਸਾਈਡ ਹੁੰਦਾ ਹੈ ਉਹ ਪਾਣੀ ਨਾਲ ਬੜੀ ਤੇਜ਼ੀ ਨਾਲ ਕਿਰਿਆ ਕਰਦਾ ਹੈ ਅਤੇ ਤੇਜ਼ੀ ਨਾਲ ਕਿਰਿਆ ਕਰਕੇ ਉਹ ਕੀ ਬਣਾ ਦਿੰਦਾ ਹੈ, ਬੁੱਝਿਆ ਹੋਇਆ ਚੂਨਾ ਬਣਾ ਦਿੰਦਾ ਹੈ। ਬੁੱਝਿਆ ਹੋਇਆ ਚੂਨੇ ਨੂੰ ਅਸੀਂ ਇੰਗਲਿਸ਼ ਵਿੱਚ ਕੀ ਕਹਿ ਦਿੰਦੇ ਹਾਂ, ਕੈਲਸ਼ੀਅਮ ਹਾਈਡਰੋ ਆਕਸਾਈਡ। ਇਸ ਚਿੱਤਰ ਦੇ ਵਿੱਚ ਇਹ ਰਿਐਕਸ਼ਨ ਲਿਖੀ ਹੋਈ ਹੈ ਕਿ ਕੈਲਸ਼ੀਅਮ ਆਕਸਾਈਡ ਸੋਲਿਡ ਜਦੋਂ ਪਾਣੀ ਦੇ ਨਾਲ ਮਿਲਦਾ ਹੈ, ਵਾਟਰ ਦੇ ਨਾਲ ਮਿਲਦਾ ਹੈ ਲਿਕੁਇਡ ਫਾਰਮ ਦੇ ਵਿੱਚ ਤਾਂ ਕੀ ਬਣ ਰਿਹਾ ਹੈ, ਬੁੱਝਿਆ ਚੂਨਾ। ਪਰ ਇਸ ਦੇ ਨਾਲ ਹੀ ਕੀ ਹੁੰਦਾ ਕਿ ਜ਼ਿਆਦਾ ਮਾਤਰਾ ਵਿੱਚ ਤਾਪ ਊਰਜਾ ਵੀ ਪੈਦਾ ਕਰਦਾ ਹੈ। ਜਿਸ ਤਰ੍ਹਾਂ ਬੱਚੇ ਆਪਣੇ ਘਰਾਂ ਵਿੱਚ ਦੇਖਦੇ ਹਨ ਜਦੋਂ ਕੰਧਾਂ ਵਗੈਰਾ ਨੂੰ ਰੰਗ ਕਰਨਾ ਹੁੰਦਾ ਹੈ ਤਾਂ ਜਦੋਂ ਅਸੀਂ ਉਸ ਵਿੱਚ ਪਾਣੀ ਪਾਉਂਦੇ ਹਾਂ ਚੂਨੇ ਦੇ ਵਿੱਚ ਤਾਂ ਇੱਕਦਮ ਉਹ ਕੈਲਸ਼ੀਅਮ ਹਾਈਡਰੋਕਸਾਈਡ ਬਣਦਾ ਹੈ, ਬੁੱਝਿਆ ਚੂਨਾ ਬਣਦਾ ਅਤੇ ਨਾਲ ਨਾਲ ਕੀ ਨਿਕਲਦੀ ਆ, ਭਾਪ ਵੀ ਨਿਕਲਦੀ ਆ, ਉਹ ਤਾਪ ਵੀ ਨਿਕਲਦਾ ਹੈ। ਸੋ ਇਹ ਕੀ ਹੋ ਗਿਆ, ਇਹ ਸਾਡਾ ਕਿਹੜਾ ਰਿਐਕਸ਼ਨ ਹੋ ਗਿਆ, ਸੰਯੋਜਨ ਕਿਰਿਆ ਦਾ ਰਿਐਕਸ਼ਨ। ਕਿਉਂਕਿ ਇਹਦੇ ਵਿੱਚ ਕੀ ਆ, ਅਸੀਂ ਅਣਬੁੱਝੇ ਚੂਨੇ ਜਦੋਂ ਪਾਣੀ ਨਾਲ ਮਿਲਾਇਆ ਤਾਂ ਕੀ ਬਣ ਗਿਆ ਹੈ, ਬੁੱਝਿਆ ਹੋਇਆ ਚੂਨਾ ਬਣ ਗਿਆ। ਸੋ ਇਹ ਕੀ ਆ, ਸੰਯੋਜਨ ਕਿਰਿਆ। ਇਸ ਦੇ ਨਾਲ ਹੀ ਮੈਂ ਬੱਚਿਆਂ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰ ਦੇਵਾਂ ਕਿ ਜੋ ਕਿਰਿਆ ਵਿੱਚ ਸਾਡੇ ਕੋਲ ਕੈਲਸ਼ੀਅਮ ਹਾਈਡਰੋਕਸਾਈਡ ਪੈਦਾ ਹੁੰਦਾ ਹੈ ਜਦੋਂ ਅਸੀਂ ਉਸ ਨੂੰ ਪਾਣੀ ਵਿੱਚ ਮਿਲਾਉਂਦੇ ਹਾਂ ਤਾਂ ਉਸ
ਪਾਣੀ ਦੇ ਮਿਸ਼ਰਣ ਨੂੰ ਦੀਵਾਰਾਂ ਉੱਤੇ ਅਸੀਂ ਸਫੇਦੀਕਰਨ ਲਈ ਵਰਤਦੇ ਹਾਂ। ਘਰਾਂ ਦੇ ਵਿੱਚ ਸਾਰਿਆਂ ਨੇ ਦੇਖਿਆ ਹੋਵੇਗਾ। ਸੋ ਜੋ ਕੈਲਸ਼ੀਅਮ ਹਾਈਡਰੋਕਸਾਈਡ ਸਾਡੇ ਕੋਲ ਹੁੰਦਾ ਹੈ, ਇਹ ਜੋ ਹਵਾ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਹੁੰਦੀ ਹੈ, ਉਸ ਦੇ ਨਾਲ ਇਹ ਧੀਮੀ ਗਤੀ ਨਾਲ ਕਿਰਿਆ ਕਰਦਾ ਹੈ। ਸੋ ਕਿਰਿਆ ਕਰਕੇ ਦੀਵਾਰਾਂ ਉੱਪਰ ਕੀ ਉਹ ਬਣਾ ਦਿੰਦਾ ਹੈ, ਕੈਲਸ਼ੀਅਮ ਕਾਰਬੋਨੇਟ ਦੀ ਇੱਕ ਪਤਲੀ ਪਰਤ ਬਣਾ ਦਿੰਦਾ ਹੈ, ਜਿਸ ਕਰਕੇ ਕੀ ਆ, ਕੈਲਸ਼ੀਅਮ ਕਾਰਬੋਨੇਟ ਦਾ ਨਿਰਮਾਣ ਹੁੰਦਾ ਹੈ ਅਤੇ ਦੀਵਾਰਾਂ ਉੱਤੇ ਕੀ ਆ ਜਾਂਦੀ, ਇਸ ਕਰਕੇ ਚਮਕ ਆ ਜਾਂਦੀ ਹੈ। ਸੋ ਇਸ ਸਾਰੇ ਪ੍ਰੋਸੈਸ ਨੂੰ ਤੁਸੀਂ ਬੱਚਿਓ ਚੰਗੀ ਤਰ੍ਹਾਂ ਸਮਝਿਆ ਹੈ ਕਿ ਇਹ ਪੂਰੀ ਦੀ ਪੂਰੀ ਐਗਜ਼ਾਮਪਲ ਤੁਹਾਡੀ ਕਿਤਾਬ ਦੇ ਵਿੱਚ ਵੀ ਹੈ, ਚਿੱਤਰ ਦੇ ਨਾਲ ਐਕਸਪਲੇਨ ਕੀਤੀ ਹੋਈ ਹੈ। ਤੁਸੀਂ ਸਾਰੇ ਕਿਤਾਬ ਦੇ ਵਿੱਚੋਂ ਦੇਖ ਕੇ ਇਸ ਨੂੰ ਸਮਝ ਸਕਦੇ ਹੋ। ਸੋ ਇਹ ਸੀ ਸਾਡੀ ਪਹਿਲੀ ਕਿਰਿਆ, ਜਿਸ ਨੂੰ ਅਸੀਂ ਸਮਝਿਆ ਅਤੇ ਜਾਣਿਆ ਕਿ ਸੰਯੋਜਨ ਕਿਰਿਆ ਕੀ ਹੁੰਦੀ ਹੈ ਅਤੇ ਕਿਸ ਤਰ੍ਹਾਂ ਬਣਦੀ ਹੈ ਜਾਂ ਕੰਮ ਹੁੰਦਾ ਹੈ। ਸੋ ਦੂਸਰੀ ਕਿਰਿਆ ਵਿੱਚ ਚੱਲਦੇ ਹਾਂ, ਜਿਸ ਦਾ ਕਿ ਨਾਮ ਹੈ ਅਪਘਟਨ। ਇਸ ਦੇ ਵਿੱਚ ਦੱਸਿਆ ਗਿਆ ਕਿ ਅਪਘਟਨ ਕਿਰਿਆ ਕੀ ਹੁੰਦੀ ਹੈ। ਸੋ ਅਗਰ ਇੰਗਲਿਸ਼ ਵਿੱਚ ਗੱਲ ਕਰਾਂ ਤਾਂ ਇਸ ਨੂੰ ਮੈਂ ਕਹਿੰਦਾ ਡੀਕੰਪੋਜੀਸ਼ਨ ਰਿਐਕਸ਼ਨ। ਸਿੰਪਲ ਜਿਹਾ ਲਿਖਿਆ ਗਿਆ, ਇਟ ਇਜ਼ ਅ ਟਾਈਪ ਆਫ ਕੈਮੀਕਲ ਰਿਐਕਸ਼ਨ ਇਨ ਵਿਚ ਅ ਸਿੰਗਲ ਕੰਪਾਊਂਡ ਬ੍ਰੇਕਸ ਡਾਊਨ ਇਨਟੂ 2 or more ਐਲੀਮੈਂਟਸ ਔਰ ਨਿਊ ਕੰਪਾਊਂਡ। ਭਾਵ ਕਿ ਉਹ ਰਸਾਇਣਿਕ ਕਿਰਿਆ ਜਿਸ ਵਿੱਚ ਇਕੱਲਾ ਯੌਗਿਕ ਟੁੱਟ ਕੇ 2 ਜਾਂ 2 ਤੋਂ ਵੱਧ ਤੱਤ ਬਣਾਉਂਦਾ ਹੈ, ਜਾਂ ਫਿਰ ਉਸ ਤੋਂ ਕੋਈ ਨਵੇਂ ਯੌਗਿਕ ਬਣਦੇ ਹਨ, ਉਸ ਨੂੰ ਕਿਹੜੀ ਕਿਰਿਆ ਕਹਿੰਦੇ ਆਪਾਂ, ਅਪਘਟਨ ਕਿਰਿਆ। ਬੱਚੇ ਇਸ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇਸ ਵਿੱਚ ਤਾਪ, ਪ੍ਰਕਾਸ਼ ਜਾਂ ਬਿਜਲੀ ਊਰਜਾ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 2 ਨਵੇਂ ਉਤਪਾਦ ਬਣ ਰਹੇ ਹਨ। ਇੱਕ ਸਿੰਗਲ ਯੌਗਿਕ ਹੈ AB। ਜਦੋਂ ਉਸ ਦਾ ਅਪਘਟਨ ਹੋਇਆ, ਜਦੋਂ ਉਹ ਯੌਗਿਕ ਟੁੱਟਿਆ ਤਾਂ ਉਸਨੇ 2 ਤਰ੍ਹਾਂ ਦੇ ਉਤਪਾਦ ਬਣਾਏ, ਇੱਕ ਹੈ AB A ਅਤੇ ਦੂਸਰਾ ਕਿਹੜਾ ਹੈ B। ਭਾਵ ਕਿ ਇੱਕ ਸਿੰਗਲ ਯੌਗਿਕ, ਇਕੱਲੇ ਯੌਗਿਕ ਤੋਂ 2 ਤਰ੍ਹਾਂ ਦੇ ਨਵੇਂ ਤੱਤ ਬਣਦੇ ਹਨ। ਜਿਸ ਕਿਰਿਆ ਵਿੱਚ 2 ਤੱਤ ਬਣਨ ਇਕੱਲੇ ਯੌਗਿਕ ਤੋਂ, ਅਸੀਂ ਉਸ ਨੂੰ ਕੀ ਕਹਿੰਦੇ ਹਾਂ, ਅਪਘਟਨ ਕਿਰਿਆ। ਸੋ ਤੁਸੀਂ ਦੂਸਰੀ ਦੇਖ ਸਕਦੇ ਹੋ ਕਿ ਸੋਡੀਅਮ ਕਲੋਰਾਈਡ ਅਪਘਟਿਤ ਹੋ ਕੇ ਕੀ ਬਣਾ ਦਿੰਦਾ ਹੈ, ਕਲੋਰੀਨ ਪਲੱਸ ਸੋਡੀਅਮ। ਤੁਸੀਂ ਦੇਖ ਸਕਦੇ ਹੋ ਰਿਐਕਸ਼ਨ ਦੇ ਵਿੱਚ ਕਿਸ ਤਰ੍ਹਾਂ NaCl ਟੁੱਟ ਜਾਂਦਾ ਹੈ Cl ਅਤੇ Na ਦੇ ਵਿੱਚ। ਸੋ ਤੀਸਰੀ ਤਰ੍ਹਾਂ ਦੀ ਐਗਜ਼ਾਮਪਲ ਵਿੱਚ ਦੇਖ ਸਕਦੇ ਹੋ, ਜੋ ਅਮੋਨੀਆ ਹੈ NH3, ਇਹ ਅਪਘਟਨ ਕਿਰਿਆ ਹੋ ਕੇ ਕੀ ਬਣ ਜਾਂਦੀ ਹੈ, ਨਾਈਟ੍ਰੋਜਨ ਪਲੱਸ ਹਾਈਡਰੋਜਨ। NH3 ਕਿਹਦੇ ਵਿੱਚ ਬ੍ਰੇਕ ਹੋ ਰਿਹਾ ਹੈ, ਨਾਈਟ੍ਰੋਜਨ ਅਤੇ ਹਾਈਡਰੋਜਨ ਦੇ ਵਿੱਚ। ਸੋ ਇਹ ਸਨ ਸਾਡੀ ਅਪਘਟਨ ਕਿਰਿਆ, ਡੀਕੰਪੋਜੀਸ਼ਨ ਰਿਐਕਸ਼ਨ, ਜਿਹਦੇ ਵਿੱਚ ਕੀ ਆ ਕਿ ਇੱਕ ਜੋ ਯੌਗਿਕ ਹੈ ਉਹ ਟੁੱਟ ਕੇ ਅਲੱਗ-ਅਲੱਗ ਪ੍ਰੋਡਕਟ ਬਣਾ ਦਿੰਦਾ ਹੈ। ਸੋ ਆਓ ਚੱਲਦੇ ਹਾਂ ਸਾਡੀ ਅਗਲੀ ਸਲਾਈਡ ਵੱਲ। ਸੋ ਮੈਂ ਪਹਿਲਾਂ ਵੀ ਡਿਸਕਸ ਕੀਤਾ ਸੀ ਕਿ ਜਿਹੜੀ ਅਪਘਟਨ ਕਿਰਿਆ ਹੈ, ਜਦੋਂ ਅਸੀਂ ਉਸ ਨੂੰ ਕਰਦੇ ਹਾਂ ਤਾਂ 3 ਤਰ੍ਹਾਂ ਦੇ ਨਾਲ ਉਹ ਹੁੰਦੀ ਹੈ, ਜਾਂ ਤਾਂ ਤਾਪ ਦੇ ਜ਼ਰੀਏ, ਜਾਂ ਫਿਰ ਪ੍ਰਕਾਸ਼ ਦੇ ਜ਼ਰੀਏ, ਜਾਂ ਫਿਰ ਬਿਜਲਈ ਊਰਜਾ ਦੇ ਜ਼ਰੀਏ। ਇਹਨਾਂ ਸਲਾਈਡਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਜੋ ਵਿਗਿਆਨ ਵਿਸ਼ੇ ਦੀ ਸਾਡੀ ਕਿਤਾਬ ਹੈ ਉਸ ਵਿੱਚੋਂ ਹੀ ਐਗਜ਼ਾਮਪਲਾਂ ਲਈਆਂ ਹਨ, ਤਾਂ ਕਿ ਬੱਚਿਆਂ ਨੂੰ ਸਮਝਣ ਵਿੱਚ ਹੋਰ ਵੀ ਜ਼ਿਆਦਾ ਆਸਾਨੀ ਹੋ ਜਾਵੇ। ਸਭ ਤੋਂ ਪਹਿਲਾਂ ਅਪਘਟਨ ਕਿਰਿਆ ਤਾਪ ਦੇ ਜ਼ਰੀਏ। ਤੁਸੀਂ ਆਪਣੀ ਕਿਤਾਬ ਵਿੱਚ ਦੇਖ ਸਕਦੇ ਹੋ, ਕਿਰਿਆ ਨੰਬਰ 1.5 ਹੈ ਕਿ ਇੱਕ ਸੁੱਕੀ ਸਖਤ ਉਬਾਲ ਪ੍ਰਣਾਲੀ ਵਿੱਚ ਲਗਭਗ ਕੀ ਆ 2 ਗ੍ਰਾਮ ਫੈਰਸ ਸਲਫੇਟ ਦੇ ਕ੍ਰਿਸਟਲ ਲੈ ਲਏ ਹਨ। ਜੋ ਫੈਰਸ ਸਲਫੇਟ ਦੇ ਕ੍ਰਿਸਟਲ ਹੈ ਉਹਨਾਂ ਦਾ ਰੰਗ ਕਿਸ ਤਰ੍ਹਾਂ ਦਾ ਹੈ, ਹਰਾ ਰੰਗ ਹੁੰਦਾ ਹੈ। ਤੁਸੀਂ ਚਿੱਤਰ 'ਚ ਦੇਖ ਸਕਦੇ ਹੋ, ਇੱਕ ਬੱਚਾ ਉਸ ਪ੍ਰਣਾਲੀ ਨੂੰ ਲੈ ਕੇ ਬਰਨਰ ਦੇ ਉੱਪਰ ਰੱਖ ਰਿਹਾ ਹੈ। ਜਦੋਂ ਮੈਂ ਪ੍ਰਣਾਲੀ ਨੂੰ ਬਰਨਰ ਜਾਂ ਸਪਿਰਿਟ ਲੈਂਪ ਉੱਤੇ ਗਰਮ ਕਰਾਂਗਾ ਤਾਂ ਥੋੜ੍ਹੇ ਚਿਰ ਬਾਅਦ ਇੱਕ ਰਿਐਕਸ਼ਨ ਹੋਵੇਗਾ, ਇੱਕ ਕਿਰਿਆ ਹੋਵੇਗੀ। ਤੁਸੀਂ ਦੇਖੋਗੇ ਕਿ ਜੋ ਫੈਰਸ ਸਲਫੇਟ ਦੇ ਕ੍ਰਿਸਟਲਾਂ ਦਾ ਕਲਰ ਹੈ ਉਹ ਬਦਲ ਜਾਂਦਾ ਹੈ, ਇਹ ਭੂਰੇ ਰੰਗ ਦਾ ਹੋ ਜਾਂਦਾ ਹੈ। ਕਿਸ ਤਰ੍ਹਾਂ ਦਾ ਹੋ ਜਾਂਦਾ ਹੈ, ਇਹ ਕਿਉਂ ਹੁੰਦਾ ਹੈ? ਕਿਉਂਕਿ ਜਦੋਂ ਅਸੀਂ ਫੈਰਸ ਸਲਫੇਟ ਨੂੰ ਗਰਮ ਕਰਦੇ ਹਾਂ ਤਾਂ ਸਾਡੇ ਕੋਲ 3 ਤਰ੍ਹਾਂ ਦੇ ਪਦਾਰਥ ਬਣਦੇ ਹਨ। ਸਭ ਤੋਂ ਪਹਿਲਾਂ ਠੋਸ ਪਦਾਰਥ ਬਣਦਾ, ਉਸ ਨੂੰ ਅਸੀਂ ਕਹਿੰਦੇ ਹਾਂ ਫੈਰਿਕ ਆਕਸਾਈਡ। 2 ਜੋ ਬਾਕੀ ਪਦਾਰਥ ਬਣਦੇ ਹਨ ਉਹ ਗੈਸ ਦੇ ਰੂਪ 'ਚ ਬਣਦੇ ਹਨ, ਇੱਕ ਤਾਂ ਸਲਫਰ ਡਾਈਆਕਸਾਈਡ ਅਤੇ ਤੀਸਰਾ ਸਲਫਰ ਟਰਾਈਆਕਸਾਈਡ। ਸੋ ਜੋ ਫੈਰਿਕ ਆਕਸਾਈਡ ਹੈ ਉਸ ਦਾ ਕਲਰ ਕਿਸ ਤਰ੍ਹਾਂ ਦਾ ਹੁੰਦਾ ਹੈ, ਭੂਰੇ ਰੰਗ ਦਾ ਹੋ ਜਾਂਦਾ ਹੈ। ਸੋ 3 ਤਰ੍ਹਾਂ ਦੇ ਪਦਾਰਥ ਮੈਂ ਨੋਟ ਕੀਤੇ ਹਨ, ਸਲਫਰ ਡਾਈਆਕਸਾਈਡ, ਸਲਫਰ ਟਰਾਈਆਕਸਾਈਡ ਅਤੇ ਫੈਰਿਕ ਆਕਸਾਈਡ। ਸੋ ਇਸ ਵਿੱਚ ਤੁਸੀਂ ਦੇਖਿਆ ਹੈ ਕਿ 3 ਤਰ੍ਹਾਂ ਦੇ ਪਦਾਰਥ ਬਣਦੇ ਹਨ। ਆਓ ਅਸੀਂ ਹੁਣ ਪੜ੍ਹਦੇ ਹਾਂ ਕਿ ਅਪਘਟਨ ਕਿਰਿਆ ਪ੍ਰਕਾਸ਼ ਦੇ ਜ਼ਰੀਏ ਕਿਵੇਂ ਹੁੰਦੀ ਹੈ। ਇਸ ਨੂੰ ਸਮਝਾਉਣ ਵਾਸਤੇ ਵੀ ਮੈਂ ਸਾਡੀ ਵਿਗਿਆਨ ਵਿਸ਼ੇ ਦੀ ਕਿਤਾਬ ਵਿੱਚੋਂ ਹੀ ਐਗਜ਼ਾਮਪਲ ਲਈ ਹੈ, ਕਿਰਿਆ ਨੰਬਰ 1.8 ਬੱਚੇ ਦੇਖ ਸਕਦੇ ਹਨ ਕਿਤਾਬ ਦੇ ਵਿੱਚ।
ਸੋ ਇਸ ਕਿਰਿਆ ਨੂੰ ਕਰਨ ਵਾਸਤੇ ਕੀ ਆ, ਮੈਂ ਇੱਕ ਚੀਨੀ ਦੀ ਪਿਆਲੀ ਲਵਾਂਗਾ। ਚੀਨੀ ਦੀ ਪਿਆਲੀ ਲੈ ਕੇ ਉਸ ਵਿੱਚ ਮੈਂ ਕੀ ਕਰਾਂਗਾ, ਸਿਲਵਰ ਕਲੋਰਾਈਡ ਨੂੰ ਪਾ ਦੇਵਾਂਗਾ। 2 ਗ੍ਰਾਮ ਸਿਲਵਰ ਕਲੋਰਾਈਡ ਲਿਆ ਹੈ ਬੱਚਿਓ। ਸੋ ਜੋ ਸਿਲਵਰ ਕਲੋਰਾਈਡ ਦਾ ਰੰਗ ਹੈ ਸ਼ੁਰੂ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ, ਇੱਕ ਸਫੇਦ ਕਲਰ ਦਾ ਰੰਗ ਹੁੰਦਾ ਹੈ। ਸੋ ਜਦੋਂ ਮੈਂ ਇਸ ਨੂੰ ਚੀਨੀ ਦੀ ਪਿਆਲੀ ਨੂੰ ਜਿਸ ਵਿੱਚ ਸਿਲਵਰ ਕਲੋਰਾਈਡ ਪਿਆ ਹੋਇਆ ਹੈ, ਜਦੋਂ ਮੈਂ ਸੂਰਜ ਦੇ ਪ੍ਰਕਾਸ਼ ਵਿੱਚ ਰੱਖਦਾ ਹਾਂ ਤਾਂ ਮੈਂ ਦੇਖਾਂਗਾ ਕਿ ਕੁਝ ਸਮੇਂ ਪਿੱਛੋਂ ਜੋ ਸਿਲਵਰ ਕਲੋਰਾਈਡ ਦਾ ਰੰਗ ਹੈ ਉਹ ਬਦਲ ਜਾਂਦਾ ਹੈ। ਉਹ ਬਦਲ ਕੇ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ, ਸਲੇਟੀ ਰੰਗਾ ਹੋ ਜਾਂਦਾ ਹੈ, ਭਾਵ ਕਿ ਗ੍ਰੇ ਕਲਰ ਦਾ ਹੋ ਜਾਂਦਾ ਹੈ। ਇਹ ਕਿਉਂ ਹੁੰਦਾ ਹੈ, ਕਿਉਂਕਿ ਸਿਲਵਰ ਕਲੋਰਾਈਡ ਦੀ ਕਿਹੜੀ ਕਿਰਿਆ ਹੁੰਦੀ ਇਸ ਵਿੱਚ, ਅਪਘਟਨ ਕਿਰਿਆ ਹੁੰਦੀ ਹੈ। ਅਪਘਟਨ ਕਿਰਿਆ ਹੋ ਕਿਸ ਕਾਰਨ ਰਹੀ ਹੈ, ਸਿਰਫ ਔਰ ਸਿਰਫ ਸੂਰਜੀ ਪ੍ਰਕਾਸ਼ ਦੇ ਕਾਰਨ। ਸੋ ਰਿਐਕਸ਼ਨ ਥੱਲੇ ਦਿੱਤਾ ਹੈ ਬੱਚਿਓ, ਦੇਖੋ ਧਿਆਨ ਨਾਲ ਕਿ AgCl ਜੋ ਸੋਲਿਡ ਠੋਸ ਹੈ, ਜਦੋਂ ਸੂਰਜ ਦੇ ਪ੍ਰਕਾਸ਼ ਵਿੱਚ ਰੱਖਿਆ ਜਾਂਦਾ ਹੈ ਤਾਂ ਸਾਡੇ ਕੋਲ ਕਿਹੜੇ ਦੋ ਤੱਤ ਬਣਦੇ ਹਨ, ਸਿਲਵਰ ਪਲੱਸ ਕਲੋਰੀਨ। ਜੋ ਸਿਲਵਰ ਬਣਦਾ ਹੈ ਉਹ ਠੋਸ ਪਦਾਰਥ ਹੈ, ਔਰ ਜੋ ਕਲੋਰੀਨ ਬਣਦੀ ਹੈ ਉਹ ਕੀ ਆ, ਗੈਸ ਦੇ ਰੂਪ ਵਿੱਚ ਬਣਦੀ ਹੈ। ਸੋ ਇਸ ਤਰ੍ਹਾਂ ਦੀ ਅਪਘਟਨ ਕਿਰਿਆ ਜਿਸ ਵਿੱਚ ਸੂਰਜੀ ਪ੍ਰਕਾਸ਼ ਨੂੰ ਯੂਜ਼ ਕੀਤਾ ਜਾਂਦਾ ਹੈ, ਇਹ ਤੁਸੀਂ ਦੇਖ ਸਕਦੇ ਹੋ ਪੂਰੀ ਦੀ ਪੂਰੀ ਕਿਰਿਆ ਨੂੰ। ਸੋ ਇਸੇ ਤਰ੍ਹਾਂ ਹੀ ਸਿਲਵਰ ਕਲੋਰਾਈਡ ਜੋ ਹੈ, ਅਗਰ ਮੈਂ ਦੂਸਰੇ ਤਰ੍ਹਾਂ ਦੀ ਅਪਘਟਨ ਕਿਰਿਆ ਨੋਟ ਕਰਾਂ ਤਾਂ ਸਿਲਵਰ ਬ੍ਰੋਮਾਈਡ ਦੀ ਕਿਰਿਆ ਵੀ ਇਸੇ ਤਰ੍ਹਾਂ ਹੁੰਦੀ ਹੈ। ਉਸ ਦੇ ਵਿੱਚ ਵੀ ਕਿਤਾਬ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਜੋ AgBr ਹੁੰਦਾ ਹੈ ਉਹ ਕਿਹਦੇ ਵਿੱਚ ਕਨਵਰਟ ਹੋ ਜਾਂਦਾ, ਬਦਲ ਜਾਂਦਾ ਹੈ, ਸਿਲਵਰ ਪਲੱਸ ਬ੍ਰੋਮੀਨ। ਸੋ ਇਹ ਦੋ ਤਰ੍ਹਾਂ ਦੀਆਂ ਕਿਰਿਆਵਾਂ ਤੁਸੀਂ ਨੋਟ ਕੀਤੀਆਂ ਹਨ ਜਿਹੜੀਆਂ ਕਿ ਯੂਜ਼ ਹੋ ਰਹੀਆਂ ਹਨ ਸੂਰਜੀ ਪ੍ਰਕਾਸ਼ ਦੇ ਜ਼ਰੀਏ। ਸੋ ਉਪਰੋਕਤ ਕਿਰਿਆਵਾਂ ਦੀ ਵਰਤੋਂ ਕਾਲੀ ਚਿੱਟੀ ਫੋਟੋਗ੍ਰਾਫੀ ਵਿੱਚ ਆਮ ਕਰਕੇ ਵਰਤੀ ਜਾਂਦੀ ਹਨ। ਸੋ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਨੋਟ ਕੀਤਾ ਹੈ। ਸੋ ਇਸ ਵਿੱਚ ਸੂਰਜੀ ਪ੍ਰਕਾਸ਼ ਦਾ ਜ਼ਿਕਰ ਕੀਤਾ ਗਿਆ ਹੈ। ਆਓ ਅਸੀਂ ਚੱਲਦੇ ਹਾਂ ਹੁਣ ਆਪਣੀ ਅਗਲੀ ਕਿਰਿਆ ਵੱਲ, ਅਪਘਟਨ ਕਿਰਿਆ ਬਿਜਲਈ ਊਰਜਾ ਦੇ ਜ਼ਰੀਏ। ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਬੱਚਿਓ, ਮੈਂ ਸਾਹਮਣੇ ਚਿੱਤਰ ਲਿਆ ਹੈ, ਤੁਹਾਡੀ ਕਿਤਾਬ ਦੇ ਵਿੱਚੋਂ ਹੀ ਚਿੱਤਰ ਲਿਆ ਹੈ। ਇਸ ਚਿੱਤਰ ਨੂੰ ਚੰਗੀ ਤਰ੍ਹਾਂ ਤੁਸੀਂ ਕਿਤਾਬ ਵਿੱਚੋਂ ਵੀ ਦੇਖ ਸਕਦੇ ਹੋ ਜਾਂ ਇਸ ਸਲਾਈਡ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਜਲੀ ਊਰਜਾ ਦੇ ਜ਼ਰੀਏ ਅਪਘਟਨ ਕਿਰਿਆ ਹੁੰਦੀ ਹੈ। ਸੋ ਇਸ ਕਿਰਿਆ ਨੂੰ ਕਰਨ ਵਾਸਤੇ ਅਸੀਂ ਕੀ ਲਿਆ ਹੈ, ਇੱਕ ਪਲਾਸਟਿਕ ਦਾ ਮੱਗ ਲੈ ਲਿਆ ਹੈ। ਤੁਸੀਂ ਦੇਖ ਸਕਦੇ ਹੋ ਚਿੱਤਰ ਦੇ ਵਿੱਚ ਜੋ ਪਲਾਸਟਿਕ ਦਾ ਮੱਗ ਹੈ ਉਸ ਵਿੱਚ ਕੀ ਆ, ਇੱਕ ਮੈਂ 2 ਛੋਟੇ ਛੋਟੇ ਡੋਟ ਲਗਾ ਦੇਣੇ ਹਨ ਅਤੇ ਇਹਨਾਂ ਡੋਟ ਦੇ ਵਿੱਚ ਕੀ ਫਿੱਟ ਕਰ ਦੇਣਾ ਹੈ, ਰਬੜ ਫਿੱਟ ਕਰ ਦੇਣੀ ਹੈ ਤਾਂ ਕਿ ਇਹ ਰਬੜ ਡੋਟ ਬਣ ਜਾਣ। ਜਦੋਂ ਰਬੜ ਡੋਟ ਬਣ ਜਾਣਗੇ, ਇਹਨਾਂ ਰਬੜਾਂ ਦੇ ਡੋਟਾਂ ਵਿੱਚ ਮੈਂ ਕੋਈ ਵੀ ਕਾਰਬਨ ਨੂੰ ਫਿੱਟ ਕਰਾਂਗਾ। ਜਿਵੇਂ ਕਿ ਇਸ ਦੇ ਵਿੱਚ ਉਸਨੇ ਕਿਸ ਨੂੰ ਲਿਆ ਹੈ, ਗ੍ਰੇਫਾਈਟ ਦੇ ਇਲੈਕਟ੍ਰੋਡ ਨੂੰ ਫਿੱਟ ਕੀਤਾ ਹੈ। ਚਿੱਤਰ ਦੇ ਵਿੱਚ ਦੇਖ ਸਕਦੇ ਹੋ ਗ੍ਰੇਫਾਈਟ ਇਲੈਕਟ੍ਰੋਡ ਨੂੰ ਕੀ ਕਰ ਦਿੱਤਾ ਹੈ, ਰਬੜ ਦੇ ਡੋਟ ਵਿੱਚ ਫਿਕਸ ਕਰ ਦਿੱਤਾ ਹੈ। ਸੋ ਇਹਨਾਂ 2 ਡੋਟਾਂ ਨੂੰ ਕੀ ਕੀਤਾ ਹੈ, ਮੈਂ 6 ਵੋਲਟ ਬੈਟਰੀ ਦੇ ਨਾਲ ਜੋੜ ਦਿੱਤਾ ਗਿਆ ਹੈ। ਜੋ ਚਿੱਤਰ ਦੇ ਵਿੱਚ ਸੱਜੇ ਵਾਲੇ ਪਾਸੇ ਹੈ, ਉਹ ਜਦੋਂ ਉਸ ਡੋਟ ਨੂੰ ਮੈਂ 6 ਵੋਲਟ ਬੈਟਰੀ ਦੇ ਨਾਲ ਜੋੜਿਆ ਹੋਇਆ ਹੈ, ਸੋ ਇਹ ਰਿਣਾਤਮਕ ਸਿਰਾ ਹੈ। ਜਦੋਂ ਇਸ ਨੂੰ ਜੋੜਿਆ ਹੈ ਤਾਂ ਕੀ ਬਣ ਗਿਆ ਹੈ, ਕੈਥੋਡ ਬਣ ਗਿਆ ਹੈ। ਦੂਸਰੇ ਪਾਸੇ ਧਨਾਤਮਕ ਹੈ, ਇਸ ਨੂੰ ਜੋੜਿਆ ਹੈ ਤਾਂ ਇਹ ਕੀ ਬਣ ਗਿਆ ਹੈ, ਅਨੋਡ ਸਿਰਾ ਬਣ ਗਿਆ ਹੈ। ਸੋ ਇਸ ਤੋਂ ਬਾਅਦ ਵਿੱਚ ਮੈਂ ਕੀ ਕਰਾਂਗਾ, ਪਾਣੀ ਦੇ ਮੱਗ ਵਿੱਚ 2/3 ਕੀ ਲੈ ਲਾਂਗਾ, ਪਾਣੀ ਲੈ ਲਾਂਗਾ। ਮੈਂ ਉਨਾ ਹੀ ਪਾਣੀ ਪਾਉਣਾ ਹੈ ਤਾਂ ਜੋ ਇਲੈਕਟ੍ਰੋਡ ਹਨ ਉਹ ਪਾਣੀ ਵਿੱਚ ਕੀ ਆ, ਡੁੱਬ ਜਾਣ। ਠੀਕ ਹੈ ਬੱਚਿਓ। ਇਸ ਕਿਰਿਆ ਨੂੰ ਕਰਨ ਤੋਂ ਬਾਅਦ ਮੈਂ ਕੀ ਕਰਾਂਗਾ ਕਿ ਇਸ ਵਿੱਚ ਕੀ ਕਰਾਂਗਾ, ਡਿਲਿਊਟ ਸਲਫੂਰਿਕ ਐਸਿਡ ਦੀਆਂ ਬੂੰਦਾਂ ਪਾ ਦੇਵਾਂਗਾ ਜਾਂ ਪਤਲੇ ਸਲਫੂਰਿਕ ਐਸਿਡ ਦੀਆਂ ਬੂੰਦਾਂ ਪਾ ਦੇਵਾਂਗਾ। ਇਹ ਇਸ ਕਰਕੇ ਕਰਨਾ ਹੈ ਕਿਉਂਕਿ ਇਸ ਨਾਲ ਕੀ ਆ, ਅਪਘਟਨ ਕਿਰਿਆ ਸਟਾਰਟ ਹੋਵੇਗੀ, ਪਾਣੀ ਦੇ ਵਿੱਚ ਕੀ ਆ, ਬਿਜਲੀ ਚੱਲਣੀ ਸ਼ੁਰੂ ਹੋ ਜਾਵੇਗੀ ਸਲਫੂਰਿਕ ਐਸਿਡ ਪਾਉਣ ਦੇ ਨਾਲ। ਸੋ ਇਸ ਤੋਂ ਬਾਅਦ ਵਿੱਚ ਮੈਂ ਪਾਣੀ ਨਾਲ ਭਰੀਆਂ 2 ਪਰਖ ਨਲੀਆਂ ਲਵਾਂਗਾ ਅਤੇ ਉਹਨਾਂ ਨੂੰ ਬੜੇ ਹੀ ਧਿਆਨਪੂਰਵਕ ਦੇ ਨਾਲ ਇਹਨਾਂ ਇਲੈਕਟ੍ਰੋਡਾਂ ਉੱਤੇ ਉਲਟਾ ਖੜਾ ਕਰ ਦੇਵਾਂਗਾ। ਤੁਸੀਂ ਦੇਖ ਸਕਦੇ ਹੋ ਚਿੱਤਰ ਦੇ ਵਿੱਚ 2 ਪਰਖ ਨਲੀਆਂ ਮੈਂ ਗ੍ਰੇਫਾਈਟ ਇਲੈਕਟ੍ਰੋਡ ਦੇ ਉੱਪਰ ਉਲਟੀਆਂ ਖੜੀਆਂ ਕਰ ਦਿੱਤੀਆਂ ਹਨ। ਖੜੀਆਂ ਕਰਨ ਤੋਂ ਬਾਅਦ ਮੇਰਾ ਸਾਰਾ ਜੋ ਸਟੈਪ ਹੈ ਉਹ ਕੰਪਲੀਟ ਹੋ ਚੁੱਕੇ ਹਨ।
ਸੋ ਮੈਂ ਹੁਣ 6 ਵੋਲਟ ਬੈਟਰੀ ਦੇ ਨਾਲ ਸਵਿਚ ਨੂੰ ਔਨ ਕਰ ਦੇਵਾਂਗਾ, ਬਿਜਲੀ ਦੀ ਧਾਰਾ ਚਲਾ ਦੇਵਾਂਗਾ ਅਤੇ ਉਪਕਰਨ ਨੂੰ ਬਿਨਾਂ ਛੇੜੇ ਕੁਝ ਸਮੇਂ ਲਈ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਵਾਂਗਾ। ਤੁਸੀਂ ਕੁਝ ਸਮੇਂ ਬਾਅਦ ਦੇਖੋਗੇ ਕਿ ਜਿਹੜੀਆਂ ਦੋਵੇਂ ਇਲੈਕਟ੍ਰੋਡਾਂ ਹਨ ਉਹਨਾਂ ਉੱਪਰ ਬੁਲਬੁਲੇ ਬਣਦੇ ਸਟਾਰਟ ਹੋ ਜਾਂਦੇ ਹਨ। ਇਹ ਬੁਲਬੁਲੇ ਪਰਖ ਨਲੀਆਂ ਵਿਚਲੇ ਪਾਣੀ ਨੂੰ ਵਿਸਥਾਪਿਤ ਕਰ ਦਿੰਦੇ ਹਨ। ਤੁਸੀਂ ਨੋਟ ਕਰੋਗੇ ਕਿ ਦੋਨਾਂ ਪਰਖ ਨਲੀਆਂ ਵਿੱਚ ਕੀ ਬਣ ਰਹੇ ਨੇ, ਬੁਲਬੁਲੇ ਬਣ ਰਹੇ ਨੇ। ਪਰ ਨੋਟ ਕਰਨ ਵਾਲੀ ਕੀ ਗੱਲ ਹੈ ਕਿ ਜੋ ਪਾਣੀ ਦੀ ਮਾਤਰਾ ਹੈ ਦੋਨਾਂ ਵਾਲੇ ਪਾਸੇ, ਤੁਸੀਂ ਦੇਖੋਗੇ ਕਿ ਇੱਕ ਤਰਫ ਜੋ ਮਾਤਰਾ ਹੈ ਉਹ ਘੱਟ ਹੈ, ਦੂਸਰੀ ਤਰਫ ਮਾਤਰਾ ਕੀ ਹੈ, ਜ਼ਿਆਦਾ ਹੈ। ਇਹ ਤੁਸੀਂ ਦੋਨੇ ਨੋਟ ਕਰੋਗੇ, ਦੋਨਾਂ ਪਾਸੇ ਦੇ ਜੋ ਵੋਲੀਅਮ ਹੈ, ਦੋਨਾਂ ਪਾਸੇ ਦਾ ਜੋ ਆਕਾਰ ਹੈ ਬੁਲਬੁਲਿਆਂ ਦਾ, ਉਹ ਦੋਨਾਂ ਪਾਸੇ ਕੀ ਆ, ਅਲੱਗ ਅਲੱਗ ਹੋਵੇਗਾ। ਇਸ ਤਰ੍ਹਾਂ ਕੀ ਆ, ਦੋਨਾਂ ਪਾਸੇ ਕੀ ਆ, ਤੁਸੀਂ ਨੋਟ ਕਰੋਗੇ, ਚੰਗੀ ਤਰ੍ਹਾਂ ਦੇਖ ਲਓ ਬੱਚੋ, ਚੰਗੀ ਤਰ੍ਹਾਂ ਨੋਟ ਕਰ ਲਓ ਕਿ ਦੋਨਾਂ ਪਾਸੇ ਜੋ ਮਾਤਰਾ ਹੈ ਉਹ ਸੇਮ ਨਹੀਂ ਹੈ। ਸੋ ਇਹ ਕਿਉਂ ਹੈ? ਕਿਉਂਕਿ ਦੋਨਾਂ ਪਾਸੇ ਕੀ ਹੈ, ਸਾਡੇ ਕੋਲ ਗੈਸ ਉਤਪੰਨ ਹੋ ਰਹੀ ਹੈ। ਜਦੋਂ ਪਰਖ ਨਲੀਆਂ ਵਿੱਚ ਕਾਫੀ ਮਾਤਰਾ ਵਿੱਚ ਗੈਸ ਭਰ ਜਾਵੇਗੀ ਤਾਂ ਮੈਂ ਬਿਜਲੀ ਦੀ ਧਾਰਾ ਨੂੰ ਕੀ ਕਰਾਂਗਾ, ਬੰਦ ਕਰ ਦੇਵਾਂਗਾ ਅਤੇ ਪਰਖ ਨਲੀਆਂ ਨੂੰ ਸਾਵਧਾਨੀ ਪੂਰਵਕ ਨਾਲ ਹਟਾ ਲਵਾਂਗਾ। ਜਦੋਂ ਮੈਂ ਪਰਖ ਨਲੀਆਂ ਨੂੰ ਸਾਵਧਾਨੀ ਪੂਰਵਕ ਨਾਲ ਹਟਾ ਲਿਆ ਤਾਂ ਬੱਚਿਓ ਮੈਂ ਕੀ ਕਰਾਂਗਾ, ਇਹਨਾਂ ਦੋਨਾਂ ਪਰਖ ਨਲੀਆਂ ਨੂੰ ਵਾਰੀ ਵਾਰੀ ਕਰਕੇ ਇੱਕ ਮੋਮਬੱਤੀ ਦੇ ਕੋਲ ਲੈ ਕੇ ਜਾਵਾਂਗਾ। ਜਦੋਂ ਮੈਂ ਸੱਜੇ ਵਾਲੇ ਪਾਸੇ ਪਰਖ ਨਲੀ ਉਸ ਦੇ ਕੋਲ ਲੈ ਗਿਆ, ਮੋਮਬੱਤੀ ਦੇ ਕੋਲ, ਮੈਂ ਦੇਖਾਂਗਾ ਕਿ ਇੱਕ ਪਟ ਪਟ ਦੀ ਆਵਾਜ਼ ਪੈਦਾ ਹੋਏਗੀ। ਪੋਪੀ ਸਾਊਂਡ ਵੀ ਆਪਾਂ ਉਹਨੂੰ ਕਹਿ ਦਿੰਦੇ ਹਾਂ। ਸੋ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਪਟ ਪਟ ਦੀ ਆਵਾਜ਼ ਕਿਤੇ ਵੀ ਪੈਦਾ ਹੋਵੇ, ਪੋਪਿੰਗ ਸਾਊਂਡ ਦੀ ਆਵਾਜ਼ ਕਿਤੇ ਵੀ ਪੈਦਾ ਹੋਵੇ ਤਾਂ ਉਹ ਕਿਹੜੀ ਗੈਸ ਹੁੰਦੀ ਹੈ, ਹਾਈਡਰੋਜਨ ਗੈਸ ਹੁੰਦੀ ਹੈ। ਇਸੇ ਤਰ੍ਹਾਂ ਹੀ ਜਦੋਂ ਮੈਂ ਦੂਸਰੀ ਟੈਸਟ ਟਿਊਬ ਬਲਦੀ ਹੋਈ ਮੋਮਬੱਤੀ ਦੇ ਲਾਗੇ ਲੈ ਕੇ ਜਾਵਾਂਗਾ ਤਾਂ ਜੋ ਮੋਮਬੱਤੀ ਦੀ ਚੱਲਣ ਦੀ ਪ੍ਰਕਿਰਿਆ ਹੈ ਉਹ ਬਹੁਤ ਫਾਸਟ ਹੋ ਜਾਵੇਗੀ। ਸੋ ਇਸ ਤੋਂ ਮੈਂ ਅੰਦਾਜ਼ਾ ਲਾ ਸਕਦਾ ਹਾਂ ਕਿ ਹਵਾ ਦੇ ਵਿੱਚ ਅਗਰ ਜੋ ਜਲਣ ਕਿਰਿਆ ਹੈ ਜੋ ਫਾਸਟ ਹੋ ਰਹੀ ਹੈ, ਤੇਜ਼ ਹੋ ਰਹੀ, ਇਸ ਦਾ ਮਤਲਬ ਉਹ ਕਿਹੜੀ ਗੈਸ ਹੋ ਸਕਦੀ ਹੈ, ਆਕਸੀਜਨ ਗੈਸ ਹੋ ਸਕਦੀ ਹੈ। ਸੋ ਬੱਚਿਓ ਤੁਸੀਂ ਦੇਖਿਆ ਕਿ ਇਹ ਜੋ ਅਪਘਟਨ ਕਿਰਿਆ ਕਿਸ ਦੀ ਹਾਜ਼ਰੀ ਵਿੱਚ ਹੋਈ ਹੈ, ਬਿਜਲੀ ਦੇ ਹਾਜ਼ਰੀ ਵਿੱਚ ਹੋਈ ਹੈ। ਸੋ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਬਿਜਲਈ ਅਪਘਟਨ ਕਿਰਿਆ ਵੀ ਕਹਿ ਦਿੰਦੇ ਹਾਂ। ਸੋ ਬੱਚਿਓ ਇਸ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਅਪਘਟਨ ਕਿਰਿਆਵਾਂ ਵਿੱਚ ਅਭਿਕਾਰਕਾਂ ਨੂੰ ਤੋੜਨ ਵਾਸਤੇ ਅਸੀਂ ਕਿੰਨਾ ਪਹਿਲਾਂ ਯੂਜ਼ ਕੀਤਾ, ਤਾਪ ਦਾ ਯੂਜ਼ ਕੀਤਾ, ਫਿਰ ਪ੍ਰਕਾਸ਼ ਦਾ ਯੂਜ਼ ਕੀਤਾ, ਫਿਰ ਬਿਜਲਈ ਊਰਜਾ ਦਾ ਯੂਜ਼ ਕੀਤਾ। ਉਹ ਰਸਾਇਣਿਕ ਕਿਰਿਆਵਾਂ ਜਿਨ੍ਹਾਂ ਵਿੱਚ ਤਾਪ ਊਰਜਾ ਸੋਖਿਤ ਹੁੰਦੀ ਹੈ ਉਹਨਾਂ ਨੂੰ ਕੀ ਕਹਿ ਦਿੰਦੇ ਆ, ਤਾਪ ਸੋਖੀ ਜਾਂ ਐਂਡੋਥਰਮਿਕ ਰਿਐਕਸ਼ਨ ਵੀ ਕਹਿ ਦਿੰਦੇ ਹਾਂ। ਸੋ ਇਹ ਸੀ ਅਪਘਟਨ ਕਿਰਿਆ। ਸਾਰੇ ਬੱਚਿਆਂ ਨੇ ਬੜੀ ਡਿਟੇਲ ਦੇ ਨਾਲ ਪੜ੍ਹਿਆ। ਸੋ ਇਸ ਨੂੰ ਚੰਗੀ ਤਰ੍ਹਾਂ ਆਪਣੀ ਕਿਤਾਬ ਦੇ ਵਿੱਚ ਡਾਇਗਰਾਮ ਦੇਖ ਲੈਣਾ, ਡਾਇਗਰਾਮ ਦੇਖ ਕੇ ਫਿਰ ਉਸ ਨੂੰ ਉਸ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨਾ ਅਤੇ ਮੈਂ ਸਮਝਾਂਗਾ ਕਿ ਅਗਰ ਆਪਾਂ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਬਾਰ-ਬਾਰ ਸਾਨੂੰ ਕਿਤਾਬ ਦੇ ਵੱਲ ਵੀ ਦੇਖਣ ਦੀ ਲੋੜ ਨਹੀਂ ਪੈਂਦੀ। ਸੋ ਆਓ ਅਸੀਂ ਹੁਣ ਅੱਗੇ ਚੱਲਦੇ ਹਾਂ ਅਗਲੀ ਕਿਰਿਆ ਵੱਲ। ਸੋ ਆਓ ਅਸੀਂ ਚੱਲਦੇ ਹਾਂ ਅਗਲੀ ਕਿਰਿਆ ਵੱਲ, ਜਿਸ ਦਾ ਕਿ ਨਾਮ ਹੈ ਵਿਸਥਾਪਨ ਕਿਰਿਆ ਜਾਂ ਡਿਸਪਲੇਸਮੈਂਟ ਰਿਐਕਸ਼ਨ। ਇੰਗਲਿਸ਼ ਵਿੱਚ ਜਿਵੇਂ ਡੈਫੀਨੇਸ਼ਨ ਲਿਖੀ ਹੈ ਕਿ ਇਟ ਇਜ਼ ਅ ਟਾਈਪ ਆਫ ਕੈਮੀਕਲ ਰਿਐਕਸ਼ਨ ਇਨ ਵਿਚ ਵਨ ਐਲੀਮੈਂਟ ਰਿਪਲੇਸਿਸ ਅਦਰ ਐਲੀਮੈਂਟ ਇਨ ਏ ਕੰਪਾਊਂਡ। ਮਤਲਬ ਕਿ ਇੱਕ ਯੌਗਿਕ ਦੇ ਵਿੱਚ ਜੋ ਤੱਤ ਹੁੰਦਾ ਹੈ, ਜਦੋਂ ਯੌਗਿਕ ਦੇ ਦੂਸਰੇ ਤੱਤਵ ਦਾ ਉਹ ਸਥਾਨ ਲੈ ਲੈਂਦਾ ਤਾਂ ਉਸ ਕਿਰਿਆਵਾਂ ਨੂੰ ਕੀ ਕਹਿੰਦੇ ਆ ਆਪਾਂ, ਵਿਸਥਾਪਨ ਕਿਰਿਆਵਾਂ ਕਹਿੰਦੇ ਹਨ। ਮੀਨ ਕਿ ਉਹ ਕਿਰਿਆਵਾਂ ਜਿਨ੍ਹਾਂ ਵਿੱਚ ਇੱਕ ਤੱਤ ਯੌਗਿਕ ਦੇ ਦੂਸਰੇ ਤੱਤ ਦਾ ਸਥਾਨ ਲੈ ਲਵੇ ਉਸ ਨੂੰ ਅਸੀਂ ਕੀ ਕਹਾਂਗੇ, ਵਿਸਥਾਪਨ ਕਿਰਿਆ ਕਹਾਂਗੇ। ਇਹ ਕਿਉਂ ਹੁੰਦਾ ਹੈ? ਇਸ ਕਰਕੇ ਹੁੰਦਾ ਹੈ ਕਿਉਂਕਿ ਜੋ ਇੱਕ ਤੱਤ ਹੁੰਦਾ ਹੈ ਉਹ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ, ਜਿਹੜਾ ਘੱਟ ਕਿਰਿਆਸ਼ੀਲ ਹੁੰਦਾ ਹੈ, ਜ਼ਿਆਦਾ ਕਿਰਿਆਸ਼ੀਲ ਜਿਹੜਾ ਤੱਤ ਹੁੰਦਾ ਹੈ ਘੱਟ ਕਿਰਿਆਸ਼ੀਲ ਤੱਤ ਦਾ ਸਥਾਨ ਲੈ ਲੈਂਦਾ ਹੈ। ਉਸ ਕਿਰਿਆ ਨੂੰ ਕੀ ਕਹਿੰਦੇ ਆਪਾਂ, ਵਿਸਥਾਪਨ ਕਿਰਿਆ। ਆਓ ਅਸੀਂ ਹੁਣ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਕਿ ਵਿਸਥਾਪਨ ਕਿਰਿਆ ਹੁੰਦੀ ਤੁਸੀਂ ਦੇਖ ਸਕਦੇ ਹੋ। ਵਿਸਥਾਪਨ ਕਿਰਿਆ ਦੇ ਵਿੱਚ ਜਿਹੜਾ A ਅਭਿਕਾਰਕ ਹੈ ਜਦੋਂ BC ਦੇ ਨਾਲ ਕਿਰਿਆ ਕਰਦਾ ਹੈ
ਤਾਂ ਦੇਖ ਸਕਦੇ ਹੋ ਤੇ ਸਾਡੇ ਕੋਲ ਇੱਕ ਨਵਾਂ ਉਤਪਾਦ ਬਣ ਜਾਂਦਾ ਹੈ ਜਿਸ ਵਿੱਚ ਹੈ ਕਿ AC। ਇਸ ਦਾ ਮਤਲਬ ਇਹ ਹੈ ਕਿ ਜਿਹੜਾ A ਹੈ ਉਹ ਵੱਧ ਕਿਰਿਆਸ਼ੀਲ ਹੈ B ਦੇ ਨਾਲੋਂ, ਇਸ ਕਰਕੇ B BC ਤੋਂ ਟੁੱਟ ਜਾਂਦਾ ਹੈ ਤੇ ਜਿਹੜਾ A ਅਭਿਕਾਰਕ ਹੈ ਉਹ C ਦੇ ਨਾਲ ਜੁੜ ਕੇ ਕੀ ਬਣਾ ਦਿੰਦਾ ਹੈ, ਉਤਪਾਦ ਬਣਾ ਦਿੰਦਾ ਹੈ। ਦੂਸਰੀ ਤਰ੍ਹਾਂ ਦੀ ਐਗਜ਼ਾਮਪਲ ਮੈਂ ਲਈ ਹੈ ਜ਼ਿੰਕ। ਜਦੋਂ ਜ਼ਿੰਕ ਨੂੰ ਹਾਈਡਰੋਜਨ ਸਲਫਾਈਡ ਦੇ ਨਾਲ ਮੈਂ ਰਿਐਕਟ ਕਰਵਾਉਂਦਾ ਹਾਂ, ਕਿਰਿਆ ਕਰਵਾਉਂਦਾ ਹਾਂ, ਤਾਂ ਹਾਈਡਰੋਜਨ ਗੈਸ ਦੀ ਕੀ ਹੋ ਜਾਂਦੀ ਹੈ, ਉਤਪੱਤੀ ਹੋ ਜਾਂਦੀ ਹੈ। ਨਤੀਜੇ ਵਜੋਂ ਕੀ ਬਣ ਜਾਂਦਾ ਹੈ, ਜ਼ਿੰਕ ਸਲਫਾਈਡ ਬਣ ਜਾਂਦਾ ਹੈ ZnS। ਇਸੇ ਤਰ੍ਹਾਂ ਹੀ ਜ਼ਿੰਕ ਦੀ ਕੋਪਰ ਸਲਫੇਟ ਦੇ ਨਾਲ ਮੈਂ ਰਿਐਕਸ਼ਨ ਕਰਵਾਈ ਹੈ, ਕਿਰਿਆ ਕਰਵਾਈ ਹੈ। ਜੋ ਕੋਪਰ ਸਲਫੇਟ ਦੇ ਵਿੱਚ ਕੋਪਰ ਹੈ ਉਹ ਘੱਟ ਕਿਰਿਆਸ਼ੀਲ ਹੈ, ਜ਼ਿੰਕ ਜੋ ਹੈ ਵੱਧ ਕਿਰਿਆਸ਼ੀਲ ਹੈ। ਇਸ ਕਰਕੇ ਹੀ ਜ਼ਿੰਕ ਕੋਪਰ ਦਾ ਸਥਾਨ ਲੈ ਲੈਂਦਾ ਹੈ ਅਤੇ ਜ਼ਿੰਕ ਸਲਫੇਟ ਨਾਂ ਦਾ ਨਵਾਂ ਉਤਪਾਦ ਬਣਾ ਦਿੰਦਾ ਹੈ, ਜਦ ਕਿ ਕੋਪਰ ਅਲੱਗ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪੋਟਾਸ਼ੀਅਮ ਬ੍ਰੋਮਾਈਡ ਲਿਆ ਹੈ, ਕਲੋਰੀਨ ਦੇ ਨਾਲ ਜਦੋਂ ਰਿਐਕਟ ਕੀਤਾ ਹੈ ਤਾਂ ਕੀ ਬਣ ਗਿਆ, ਪੋਟਾਸ਼ੀਅਮ ਕਲੋਰਾਈਡ ਬਣ ਗਿਆ ਹੈ, KCl ਬਣ ਗਿਆ ਹੈ। ਤਾਂ ਬ੍ਰੋਮੀਨ ਕੀ ਆ, ਅਲੱਗ ਹੋ ਜਾਂਦੇ ਹਨ। ਇਸ ਤਰ੍ਹਾਂ ਦੀ ਕਿਰਿਆਵਾਂ ਜਿਸ ਵਿੱਚ ਵੱਧ ਕਿਰਿਆਸ਼ੀਲ ਜੋ ਤੱਤ ਹੁੰਦੇ ਹਨ ਘੱਟ ਕਿਰਿਆਸ਼ੀਲ ਤੱਤ ਦੀ ਜਗ੍ਹਾ ਲੈ ਲੈਂਦੇ ਹਨ, ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਡਿਸਪਲੇਸਮੈਂਟ ਰਿਐਕਸ਼ਨ ਜਾਂ ਵਿਸਥਾਪਨ ਕਿਰਿਆ। ਆਓ ਅਸੀਂ ਹੁਣ ਜਾਣਦੇ ਹਾਂ ਕਿ ਜੋ ਤੁਹਾਡੀ 10ਵੀਂ ਦੀ ਕਿਤਾਬ ਵਿੱਚ ਐਗਜ਼ਾਮਪਲ ਹੈ ਉਸ ਵਿੱਚ ਕਿਸ ਤਰ੍ਹਾਂ ਇਹ ਕਿਰਿਆ ਕਰਕੇ ਦਿਖਾਈ ਗਈ ਹੈ। ਬੱਚਿਓ, ਇਹ ਤੁਹਾਡੀ ਕਿਤਾਬ ਵਿੱਚ ਜੋ ਦਿੱਤੀ ਕਿਰਿਆ ਹੈ ਇਹ ਕਿਰਿਆ ਹੈ 1.9। ਇਸ ਕਿਰਿਆ ਵਿੱਚ ਕਰਨ ਵਾਸਤੇ ਮੈਂ 3 ਮੇਖਾਂ ਲੈ ਲੈਂਦਾ ਹਾਂ, 3 ਕਿੱਲਾਂ ਲੈ ਲਈਆਂ ਅਤੇ ਉਹਨਾਂ ਨੂੰ ਰੇਗ ਮਾਰਕ ਨਾਲ ਸਾਫ਼ ਕਰ ਲਿਆ ਤਾਂ ਕਿ ਕੋਈ ਵੀ ਇੰਪਿਉਰਿਟੀਜ਼ ਵਗੈਰਾ ਉਸ ਉੱਪਰ ਲੱਗੀ ਹੈ ਤਾਂ ਸਾਫ਼ ਹੋ ਜਾਵੇ। ਸੋ ਮੈਂ 2 ਪਰਖਣਲੀਆਂ ਲਵਾਂਗਾ। ਇੱਕ ਪਰਖਣਲੀ ਉੱਤੇ ਮੈਂ ਕੀ ਕਰਾਂਗਾ, A ਮਾਰਕ ਕਰ ਲਵਾਂਗਾ ਜਾਂ ਇੱਕ ਪਰਖਣਲੀ ਨੂੰ ਮੈਂ A ਕਹਿ ਦੇਵਾਂਗਾ ਅਤੇ ਦੂਸਰੀ ਪਰਖਣਲੀ ਨੂੰ ਮੈਂ B ਕਹਿ ਦੇਵਾਂਗਾ। ਹੁਣ ਹਰ ਪਰਖਣਲੀ ਦੇ ਵਿੱਚ ਮੈਂ 10 ਮਿਲੀਮੀਟਰ ਕੋਪਰ ਸਲਫੇਟ ਦਾ ਘੋਲ ਲੈ ਲਿਆ ਹੈ। ਕੋਪਰ ਸਲਫੇਟ ਦਾ ਘੋਲ ਲੈਣ ਮਗਰੋਂ ਮੈਂ 2 ਮੇਖਾਂ ਨੂੰ ਧਾਗੇ ਨਾਲ ਬੰਨਾਂਗਾ ਅਤੇ ਧਿਆਨਪੂਰਵਕ ਉਹਨਾਂ ਨੂੰ ਕੋਪਰ ਸਲਫੇਟ ਦੇ ਘੋਲ ਵਾਲੀ ਪਰਖਣਲੀ ਵਿੱਚ ਪਾ ਦੇਵਾਂਗਾ। ਉਦਾਹਰਣ ਵਜੋਂ ਮੈਂ B ਪਰਖਣਲੀ ਵਿੱਚੋਂ ਦੋਨੇ ਮੇਖਾਂ ਪਾ ਦਿੱਤੀਆਂ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਪਰਖਣਲੀ ਹੈ, ਧਾਗੇ ਨਾਲ ਮੇਖਾਂ ਬੰਨੀਆਂ ਹਨ, ਕੋਪਰ ਸਲਫੇਟ ਦੇ ਘੋਲ ਵਿੱਚ ਲੋਹੇ ਦੀਆਂ ਮੇਖਾਂ ਪਾਈਆਂ ਹਨ। ਸੋ ਇੱਕ ਜੋ ਮੇਖ ਹੈ, ਕਿੱਲ ਹੈ, ਉਸ ਨੂੰ ਮੈਂ ਅਲੱਗ ਰਹਿਣ ਦੇਵਾਂਗਾ ਤਾਂ ਕਿ ਮੈਨੂੰ ਕਿਰਿਆ ਤੋਂ ਬਾਅਦ ਵਿੱਚ ਅੰਤਰ ਦਾ ਪਤਾ ਲੱਗ ਸਕੇ। ਅਤੇ ਦੂਸਰੀ ਜੋ ਮੈਂ ਪਰਖਣਲੀ ਉਸ ਨੂੰ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਵਾਂਗਾ ਤਾਂ ਕਿ ਮੈਨੂੰ ਕਿਰਿਆ ਤੋਂ ਬਾਅਦ ਵਿੱਚ ਅੰਤਰ ਦਾ ਪਤਾ ਲੱਗ ਸਕੇ। ਸੋ ਤੁਸੀਂ ਵੇਖ ਸਕਦੇ ਹੋ ਕਿਰਿਆ ਦੇ ਬਾਅਦ ਵਿੱਚ ਕੀ ਹੋਇਆ ਹੈ। ਪਰਖਣਲੀ A ਵਿੱਚ ਕੋਪਰ ਸਲਫੇਟ ਦਾ ਘੋਲ ਪਿਆ ਹੈ ਜਿਸ ਦਾ ਰੰਗ ਕੀ ਹੈ, ਨੀਲਾ ਹੈ। ਜਦੋਂ ਕਿਰਿਆ ਹੋ ਜਾਂਦੀ ਹੈ ਤਾਂ 20 ਮਿੰਟ ਦੇ ਬਾਅਦ ਜਦੋਂ ਮੈਂ ਦੇਖਦਾ ਹਾਂ ਤਾਂ ਜੋ ਕੋਪਰ ਸਲਫੇਟ ਦੇ ਘੋਲ ਵਿੱਚ ਮੈਂ ਮੇਖਾਂ ਪਾਈਆਂ ਸਨ, ਜਦੋਂ ਉਸ ਨੂੰ ਬਾਹਰ ਕੱਢਿਆ, ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਜਦੋਂ ਬਾਹਰ ਕੱਢਿਆ ਲੋਹੇ ਦੀ ਮੇਖ ਨੂੰ ਤਾਂ ਉਸ ਉੱਪਰ ਕੀ ਆ, ਲਾਲ ਰੰਗ ਦੀ ਥੋੜ੍ਹੀ ਜਿਹੀ ਪਰਤ ਚੜ੍ਹ ਗਈ ਹੈ। ਸੋ ਜੋ ਕੋਪਰ ਸਲਫੇਟ ਦਾ ਘੋਲ ਹੈ ਜਿਸ ਵਿੱਚ ਮੇਖਾਂ ਪਾਈਆਂ ਸਨ ਉਸ ਦਾ ਰੰਗ ਵੀ ਥੋੜ੍ਹਾ ਜਿਹਾ ਚੇਂਜ ਹੋ ਗਿਆ ਹੈ, ਯਾਨੀ ਕਿ ਨੀਲੇ ਰੰਗ ਤੋਂ ਥੋੜ੍ਹਾ ਜਿਹਾ ਉਹਦਾ ਚੇਂਜ ਹੋ ਗਿਆ ਹੈ। ਇਹ ਕਿਉਂ ਹੋਇਆ ਹੈ, ਨੀਚੇ ਇੱਕ ਰਿਐਕਸ਼ਨ ਹੈ, ਤੁਸੀਂ ਰਿਐਕਸ਼ਨ ਵਿੱਚ ਦੇਖ ਸਕਦੇ ਹੋ ਕਿ ਰਿਐਕਸ਼ਨ ਦੇ ਵਿੱਚ ਜੋ ਆਇਰਨ ਹੈ, ਨਤੀਜੇ ਵਜੋਂ ਜੋ ਮੇਖਾਂ ਹਨ ਆਇਰਨ ਦੀਆਂ ਠੋਸ, ਜਦੋਂ ਮੈਂ ਉਸਨੂੰ ਕੋਪਰ ਸਲਫੇਟ ਦੇ ਸੋਲੂਸ਼ਨ ਵਿੱਚ ਪਾਉਂਦਾ ਹਾਂ ਤਾਂ ਜੋ ਕੋਪਰ ਹੈ ਉਹ ਉੱਥੋਂ ਵਿਸਥਾਪਿਤ ਹੋ ਜਾਂਦਾ ਹੈ। ਨਤੀਜੇ ਵਜੋਂ ਕਿਹੜਾ ਘੋਲ ਬਣਦਾ ਹੈ, ਆਇਰਨ ਸਲਫੇਟ ਦਾ ਘੋਲ ਬਣ ਜਾਂਦਾ ਹੈ। ਇਸੇ ਕਰਕੇ ਕੀ ਹੈ, ਜੋ ਉਸ ਦਾ ਘੋਲ ਦਾ ਰੰਗ ਹੈ ਉਹ ਨੀਲੇ ਤੋਂ ਚੇਂਜ ਹੋ ਗਿਆ ਹੈ। ਸੋ ਇਸ ਤਰ੍ਹਾਂ ਦੀ ਕਿਰਿਆ ਨੂੰ ਅਸੀਂ ਕੀ ਕਹਿ ਦਿੰਦੇ ਆ, ਵਿਸਥਾਪਨ ਕਿਰਿਆ। ਕੋਪਰ ਸਲਫੇਟ ਜੋ ਨੀਲੇ ਰੰਗ ਦਾ ਸੀ, ਆਇਰਨ ਸਲਫੇਟ ਜੋ ਕਿ ਹਰੇ ਰੰਗ ਦਾ ਸੋਲੂਸ਼ਨ ਹੈ, ਇਹ ਦਰਸਾਉਂਦਾ ਹੈ ਕਿ ਵਿਸਥਾਪਨ ਕਿਰਿਆ ਹੋਈ ਹੈ। ਅਤੇ ਲੋਹੇ ਦੀ ਕਿੱਲ ਜਿਹੜੀ ਪਹਿਲਾਂ ਸਾਫ਼ ਸੀ ਉਹਦੇ ਉੱਪਰ ਕੀ ਆ, ਬਰਾਊਨ ਕਲਰ ਦਾ ਜਾਂ ਰੈੱਡ ਕਲਰ ਦਾ ਇੱਕ ਮਟੀਰੀਅਲ ਜੁੜ ਗਿਆ ਹੈ। ਉਹ ਕਿਉਂ ਹੈ, ਵਿਸਥਾਪਨ ਕਿਰਿਆ ਕਰਕੇ ਹੋਇਆ ਹੈ। ਸੋ ਇਸ ਤਰ੍ਹਾਂ ਦੀ ਕਿਰਿਆਵਾਂ ਨੂੰ ਵਿਸਥਾਪਨ ਕਿਰਿਆ ਕਹਿੰਦੇ ਹਾਂ। ਆਓ ਅੱਗੇ ਚੱਲਦੇ ਹਾਂ, ਦੋਹਰਾ ਵਿਸਥਾਪਨ ਕਿਰਿਆ ਡਿਸਪਲੇਸਮੈਂਟ ਰਿਐਕਸ਼ਨ ਕਿਸ ਨੂੰ ਕਹਿੰਦੇ ਹਨ। ਸੋ ਦੋਹਰਾ ਵਿਸਥਾਪਨ ਕਿਰਿਆ ਤੋਂ ਭਾਵ ਕਿ ਡਬਲ ਡਿਸਪਲੇਸਮੈਂਟ ਰਿਐਕਸ਼ਨ ਇਜ਼ ਅ ਟਾਈਪ ਆਫ ਰਿਐਕਸ਼ਨ ਇਨ ਵਿਚ 2 ਰਿਐਕਟੈਂਟਸ ਐਕਸਚੇਂਜ ਆਇਨਸ ਟੂ ਫਾਰਮ 2 ਨਿਊ ਕੰਪਾਊਂਡਸ। ਭਾਵ ਕਿ ਜਿਸ ਰਸਾਇਣਿਕ ਕਿਰਿਆ ਵਿੱਚ ਅਭਿਕਾਰਕਾਂ ਦੇ ਆਇਨਾਂ ਦੀ ਆਪਸ ਵਿੱਚ ਅਦਲਾ ਬਦਲੀ ਹੁੰਦੀ ਹੈ ਉਸ ਨੂੰ ਦੋਹਰਾ ਵਿਸਥਾਪਨ ਆਖਦੇ ਹਨ ਜਾਂ ਦੋਹਰਾ ਵਿਸਥਾਪਨ ਕਿਰਿਆ ਆਖਦੇ ਹਨ। ਆਓ ਅਸੀਂ ਇਸ ਨੂੰ ਉਦਾਹਰਨਾਂ ਦੇ ਤੌਰ 'ਤੇ ਸਮਝਦੇ ਹਾਂ।
ਉਦਾਹਰਨਾਂ ਲੈ ਕੇ ਕਿ ਦੁਹਰਾ ਵਿਸਥਾਪਨ ਕਿਰਿਆ ਹੁੰਦੀ ਕਿਸ ਤਰ੍ਹਾਂ ਹੈ। ਆਓ ਸੋ ਬੱਚਿਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਅਲਫਾਬੈਟ ਇਕੁਏਸ਼ਨ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ AB ਯੋਗਿਕ ਜਦੋਂ CD ਯੋਗਿਕ ਦੇ ਨਾਲ ਕਿਰਿਆ ਕਰਦਾ ਹੈ ਤਾਂ ਇੱਕ ਨਵੇਂ ਯੋਗਿਕ ਬਣ ਜਾਂਦੇ ਹਨ CB ਤੇ AD। ਹੁਣ AB ਯੋਗਿਕ ਵਿੱਚੋਂ ਜਿਹੜਾ A ਆਇਨ ਹੈ ਉਹ CD ਯੋਗਿਕ ਵਿੱਚੋਂ D ਆਇਨ ਮਿਲ ਕੇ ਇੱਕ ਨਵਾਂ ਯੋਗਿਕ ਬਣਾ ਦਿੰਦਾ ਹੈ AD ਯੋਗਿਕ। ਇਸੇ ਤਰ੍ਹਾਂ ਹੀ CB ਯੋਗਿਕ ਬਣ ਰਿਹਾ ਹੈ C ਆਇਨ ਤੇ B ਆਇਨ ਰਿਐਕਟ ਹੋ ਕੇ। ਤੁਸੀਂ ਐਗਜ਼ਾਮਪਲ ਦੇ ਵਿੱਚ ਦੇ ਸਕਦੇ ਹੋ ਕਿ ਸੋਡੀਅਮ ਸਲਫੇਟ ਨੂੰ ਜਦੋਂ ਮੈਂ ਬੇਰੀਅਮ ਕਲੋਰਾਈਡ ਦੇ ਨਾਲ ਮਿਕਸ ਕੀਤਾ ਹੈ, ਜਦੋਂ ਉਹਦੀ ਕਿਰਿਆ ਕਰਵਾਈ ਹੈ ਤਾਂ ਇੱਕ ਨਵਾਂ ਤਰ੍ਹਾਂ ਦਾ ਸਾਡੇ ਕੋਲ ਯੋਗਿਕ ਬਣਿਆ ਹੈ, ਕਿਹੜਾ ਹੈ ਬੇਰੀਅਮ ਸਲਫੇਟ ਤੇ ਸੋਡੀਅਮ ਕਲੋਰਾਈਡ। ਮਤਲਬ ਕਿ ਸੋਡੀਅਮ ਸਲਫੇਟ ਦੇ ਵਿੱਚੋਂ ਜੋ ਸੋਡੀਅਮ ਆਇਨ ਹੈ ਉਹ ਬੇਰੀਅਮ ਕਲੋਰਾਈਡ ਵਿੱਚੋਂ ਕਲੋਰਾਈਨ ਆਇਨ ਦੇ ਮਿਲ ਕੇ ਸੋਡੀਅਮ ਕਲੋਰਾਈਡ ਦਾ ਨਵਾਂ ਯੋਗਿਕ ਬਣਾ ਰਿਹਾ ਹੈ। ਇਸੇ ਤਰ੍ਹਾਂ ਹੀ ਬੇਰੀਅਮ ਦਾ ਜੋ ਆਇਨ ਹੈ ਉਹ ਸੋਡੀਅਮ ਸਲਫੇਟ ਦੇ ਵਿੱਚੋਂ ਸਲਫੇਟ ਦੇ ਨਾਲ ਮਿਲ ਕੇ ਕੀ ਬਣਾ ਰਿਹਾ, ਬੇਰੀਅਮ ਸਲਫੇਟ ਦਾ ਨਵਾਂ ਯੋਗਿਕ ਬਣਾ ਰਿਹਾ ਹੈ। ਸੋ ਇਸੇ ਤਰ੍ਹਾਂ ਹੀ ਤੀਸਰੀ ਐਗਜ਼ਾਮਪਲ ਵਿੱਚ ਹੈ ਕਿ ਸਿਲਵਰ ਨਾਈਟ੍ਰੇਟ ਨੂੰ ਜਦੋਂ ਮੈਂ ਸੋਡੀਅਮ ਕਲੋਰਾਈਡ ਦੇ ਨਾਲ ਮਿਕਸ ਕਰਦਾ ਹਾਂ, ਰਿਐਕਸ਼ਨ ਕਰਵਾਉਂਦਾ ਹਾਂ, ਕਿਰਿਆ ਕਰਵਾਉਂਦਾ ਹਾਂ, ਤਾਂ ਜੋ ਸਿਲਵਰ ਆਇਨ ਹਨ ਉਹ ਸੋਡੀਅਮ ਕਲੋਰਾਈਡ ਦੇ ਜੋ ਕਲੋਰੀਨ ਆਇਨ ਹਨ, ਕਲੋਰਾਈਡ ਆਇਨ, ਉਹਨਾਂ ਨੇ ਮਿਕਸ ਕਰਕੇ ਕਿਹੜਾ ਬਣਾ ਰਿਹਾ ਹੈ, ਸਿਲਵਰ ਕਲੋਰਾਈਡ ਬਣ ਰਿਹਾ ਹੈ। ਇਸੇ ਤਰ੍ਹਾਂ ਹੀ ਦੂਸਰਾ ਕਿਹੜਾ ਯੋਗਿਕ ਬਣ ਰਿਹਾ ਹੈ, ਸੋਡੀਅਮ ਨਾਈਟ੍ਰੇਟ। ਸੋ ਇਸ ਤਰ੍ਹਾਂ ਦੀ ਕਿਰਿਆਵਾਂ ਨੂੰ ਜਿਨ੍ਹਾਂ ਵਿੱਚ ਯੋਗਿਕ ਦੇ ਜੋ ਆਇਨ ਹੁੰਦੇ ਹਨ ਆਪਸ ਵਿੱਚ ਉਹਨਾਂ ਦੀ ਅਦਲਾ ਬਦਲੀ ਹੁੰਦੀ ਹੈ ਅਤੇ ਨਵੇਂ ਯੋਗਿਕ ਬਣਦੇ ਹਨ, ਉਸ ਨੂੰ ਕੀ ਕਹਿੰਦੇ ਹਾਂ, ਦੁਹਰਾ ਵਿਸਥਾਪਨ ਕਿਰਿਆ, ਡਬਲ ਡਿਸਪਲੇਸਮੈਂਟ ਰਿਐਕਸ਼ਨ। ਆਓ ਅਸੀਂ ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਦੇ ਹਾਂ। ਜਿਹੜੀ ਕਿ ਸਾਡੀ ਕਿਤਾਬ ਵਿੱਚ ਐਗਜ਼ਾਮਪਲ ਦਿੱਤੀ ਹੈ ਉਸ ਵਿੱਚੋਂ ਸਮਝਦੇ ਹਾਂ ਕਿ ਕਿਵੇਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਕੰਮ ਕਰਦਾ ਹੈ ਜਾਂ ਕਿਸ ਤਰ੍ਹਾਂ ਇਹ ਕਿਰਿਆ ਹੁੰਦੀ ਹੈ। ਸੋ ਜੋ ਸਾਡੀ ਕਿਤਾਬ ਵਿੱਚ ਐਗਜ਼ਾਮਪਲ ਦਿੱਤੀ ਹੈ ਕਿਰਿਆ ਨੰਬਰ 1.10 ਉਹ ਤੁਹਾਡੇ ਸਾਹਮਣੇ ਹੈ, ਕਿਤਾਬ ਵਿੱਚੋਂ ਵੀ ਤੁਸੀਂ ਦੇਖ ਸਕਦੇ ਹੋ। ਇਹ ਕਿਰਿਆ ਦਾ ਨਾਮ ਕੀ ਹੈ, ਦੁਹਰਾ ਵਿਸਥਾਪਨ ਕਿਰਿਆ। ਸੋ ਇਸ ਕਿਰਿਆ ਨੂੰ ਕਰਨ ਵਾਸਤੇ ਕੀ ਹੈ, ਇੱਕ ਪਰਖ ਨਲੀ ਵਿੱਚ ਮੈਂ ਲਗਭਗ 3 ਮਿਲੀਮੀਟਰ ਸੋਡੀਅਮ ਸਲਫੇਟ ਲੈ ਲੈਂਦਾ ਹਾਂ ਅਤੇ ਦੂਸਰੀ ਪਰਖ ਨਲੀ ਵਿੱਚ ਮੈਂ ਕੀ ਲੈ ਲੈਂਦਾ ਹਾਂ, ਬੇਰੀਅਮ ਕਲੋਰਾਈਡ ਲੈ ਲੈਂਦਾ ਹਾਂ। ਹੁਣ ਮੈਂ ਕੀ ਕਰਾਂਗਾ, ਇਹਨਾਂ ਦੋਨਾਂ ਦੇ ਘੋਲਾਂ ਨੂੰ ਕੀ ਆਪਸ ਵਿੱਚ ਮਿਲਾ ਦੇਵਾਂਗਾ। ਸੋ ਮਿਲਾਉਣ ਤੋਂ ਬਾਅਦ ਕੀ ਹੁੰਦਾ ਹੈ, ਜੋ ਸੋਡੀਅਮ ਸਲਫੇਟ ਵਿੱਚੋਂ ਸਲਫੇਟ ਆਇਨ ਹਨ ਉਹ ਬੇਰੀਅਮ ਕਲੋਰਾਈਡ ਦੇ ਵਿੱਚੋਂ ਜੋ ਬੇਰੀਅਮ ਆਇਨ ਹਨ ਉਹਨਾਂ ਨਾਲ ਮਿਲ ਕੇ ਇੱਕ ਨਵਾਂ ਯੋਗਿਕ ਬਣਾ ਦਿੰਦੇ ਹਾਂ, ਜਿਨ੍ਹਾਂ ਨੂੰ ਕੀ ਕਹਿੰਦਾ ਹਾਂ ਮੈਂ, ਬੇਰੀਅਮ ਸਲਫੇਟ। ਅਤੇ ਦੂਸਰੇ ਪਾਸੇ ਜੋ ਯੋਗਿਕ ਬਣ ਰਿਹਾ ਉਸ ਨੂੰ ਮੈਂ ਕੀ ਕਹਾਂਗਾ, ਸੋਡੀਅਮ ਕਲੋਰਾਈਡ। ਸੋ ਦੋ ਤਰ੍ਹਾਂ ਦੇ ਯੋਗਿਕ ਇੱਥੇ ਬਣ ਰਹੇ ਹਨ, ਤੁਸੀਂ ਦੇਖ ਸਕਦੇ ਹੋ ਇਕੁਏਸ਼ਨ ਦੇ ਵਿੱਚ। ਕਿਰਿਆ ਕਰਨ ਤੋਂ ਬਾਅਦ ਇੱਕ ਸਫੇਦ ਰੰਗ, ਚਿੱਟੇ ਰੰਗ ਦਾ ਪਦਾਰਥ ਪੈਦਾ ਹੋ ਜਾਂਦਾ ਹੈ। ਉਹ ਜੋ ਪਦਾਰਥ ਪੈਦਾ ਹੁੰਦਾ ਹੈ ਇਹ ਪਾਣੀ ਵਿੱਚ ਕੀ ਹੁੰਦਾ, ਅਕੁਲ ਹੁੰਦਾ ਹੈ, ਪਾਣੀ ਵਿੱਚ ਕੀ ਹੈ, ਮਿਕਸ ਨਹੀਂ ਕਰਦਾ। ਸੋ ਇਸ ਤਰ੍ਹਾਂ ਦੇ ਪਦਾਰਥ ਨੂੰ ਜਿਹੜਾ ਅਕੁਲ ਹੋਵੇ, ਪਾਣੀ ਵਿੱਚ ਮਿਕਸ ਨਾ ਕਰੇ, ਇਸ ਨੂੰ ਕੀ ਕਹਿੰਦੇ ਅਸੀਂ, ਅਵਖੇਪ। ਇੰਗਲਿਸ਼ ਵਿੱਚ ਕਹਿ ਦਿੰਦੇ ਆ ਪ੍ਰੈਸੀਪਿਟੇਟ। ਸੋ ਇਸ ਤਰ੍ਹਾਂ ਦੀ ਕਿਰਿਆ ਨੂੰ ਕੀ ਕਹਿ ਦਿੰਦੇ ਹਾਂ ਅਸੀਂ, ਪ੍ਰੈਸੀਪਿਟੇਸ਼ਨ ਰਿਐਕਸ਼ਨ ਜਾਂ ਅਵਖੇਪਨ ਕਿਰਿਆ, ਜਿਸ ਵਿੱਚ ਅਕੁਲ ਪਦਾਰਥ ਪੈਦਾ ਹੋਵੇ। ਸੋ ਇਹਦੇ ਵਿੱਚ ਅਕੁਲ ਪਦਾਰਥ ਕਿਹੜਾ ਹੈ, ਜੋ ਠੋਸ ਬਣਦਾ ਹੈ। ਠੋਸ ਕਿਹੜਾ ਬਣਿਆ ਹੈ, ਬੇਰੀਅਮ ਸਲਫੇਟ। ਕਿਉਂ ਬਣਿਆ ਜੀ, ਕਿਉਂਕਿ ਬੇਰੀਅਮ ਅਤੇ ਸਲਫੇਟ ਆਇਨ ਦੇ ਆਪਸੀ ਵਿੱਚ ਕੀ ਹੁੰਦੀ ਹੈ, ਕਿਰਿਆ ਹੋ ਜਾਂਦੀ ਹੈ। ਤੇ ਦੂਸਰੇ ਪਾਸੇ ਤਰਲ ਪਦਾਰਥ ਕਿਹੜਾ ਹੈ, ਸੋਡੀਅਮ ਕਲੋਰਾਈਡ। ਸੋ ਇਹ ਐਗਜ਼ਾਮਪਲ ਸੀ ਦੁਹਰਾ ਵਿਸਥਾਪਨ ਕਿਰਿਆ, ਕਿ ਕਿਸ ਤਰ੍ਹਾਂ ਇਹ ਕਿਰਿਆ ਹੁੰਦੀ ਹੈ ਅਤੇ ਕਿਸ ਤਰ੍ਹਾਂ ਕੀ ਬਣਦੇ ਹਨ, ਅਵਖੇਪ ਕੀ ਹੁੰਦੇ ਹਨ। ਸੋ ਇਸ ਦੇ ਨਾਲ ਹੀ 4 ਤਰ੍ਹਾਂ ਦੀਆਂ ਜੋ ਕਿਰਿਆਵਾਂ ਹਨ ਇੱਥੇ ਹੀ ਖਤਮ ਹੁੰਦੀਆਂ ਹਨ। ਸੋ ਬੱਚਿਓ, ਅਸੀਂ ਅਗਲੀ ਸਲਾਈਡ ਦੇ ਵਿੱਚ ਗੱਲ ਕਰਾਂਗੇ ਕਿ ਆਕਸੀਕਰਨ ਅਤੇ ਲਘੂਕਰਨ ਕਿਸ ਨੂੰ ਆਖਦੇ ਹਨ, ਜਾਂ ਆਕਸੀਡੇਸ਼ਨ ਜਾਂ ਰਿਡਕਸ਼ਨ ਕਿਸ ਨੂੰ ਆਖਦੇ ਹਨ। ਸਿੰਪਲ ਜੀ ਡੈਫੀਨੇਸ਼ਨ ਮੈਂ ਇੱਥੇ ਲਈ ਹੈ ਕਿ ਜਿਸ ਕਿਰਿਆ ਵਿੱਚ ਆਕਸੀਜਨ ਦਾ ਵਾਧਾ ਹੁੰਦਾ ਹੈ ਅਤੇ ਹਾਈਡਰੋਜਨ ਦੀ ਹਾਨੀ ਹੁੰਦੀ ਹੈ, ਉਸ ਰਿਐਕਸ਼ਨ ਨੂੰ ਮੈਂ ਕੀ ਕਹਾਂਗਾ, ਆਕਸੀਕਰਨ ਰਿਐਕਸ਼ਨ। ਅਤੇ ਜਿਸ ਕਿਰਿਆ ਵਿੱਚ ਹਾਈਡਰੋਜਨ ਦਾ ਵਾਧਾ ਹੁੰਦਾ ਹੈ ਅਤੇ ਆਕਸੀਜਨ ਦੀ ਹਾਨੀ ਹੁੰਦੀ ਹੈ, ਉਸ ਰਿਐਕਸ਼ਨ ਨੂੰ ਮੈਂ ਕੀ ਕਹਾਂਗਾ, ਲਘੂਕਰਨ ਜਾਂ ਰਿਡਕਸ਼ਨ। ਇੰਗਲਿਸ਼ ਵਿੱਚ ਲਿਖਿਆ ਕਿ ਆਕਸੀਡੇਸ਼ਨ ਇਜ਼ ਗੇਨ ਆਫ ਆਕਸੀਜਨ ਐਂਡ ਰਿਡਕਸ਼ਨ ਇਜ਼ ਲੋਸ ਆਫ ਆਕਸੀਜਨ। ਤੁਸੀਂ ਦੇਖ ਸਕਦੇ ਹੋ ਆਕਸੀਕਰਨ ਦੇ ਤਰਫ, ਜੇ ਕਿ ਮੈਂ ਉਦਾਹਰਨ ਲਈ ਹੈ
ਕੋਪਰ ਆਕਸਾਈਡ ਦੀ ਉਦਾਹਰਨ ਲਈ ਹੈ ਮੈਗਨੀਸ਼ੀਅਮ ਦੇ ਨਾਲ। ਜਦੋਂ ਮੈਂ ਕੋਪਰ ਆਕਸਾਈਡ ਨੂੰ ਮੈਗਨੀਸ਼ੀਅਮ ਦੇ ਨਾਲ ਰਿਐਕਟ ਕਰਦਾ ਹਾਂ ਤਾਂ ਕੀ ਬਣਦਾ ਹੈ, ਜੋ ਕੋਪਰ ਹੈ ਉਹ ਕੋਪਰ ਆਕਸਾਈਡ ਤੋਂ ਅਲੱਗ ਹੋ ਜਾਂਦਾ ਹੈ, ਤਾਂ ਜੋ ਆਕਸੀਜਨ ਹੈ ਉਹ ਮੈਗਨੀਸ਼ੀਅਮ ਦੇ ਨਾਲ ਕੀ ਕਰ ਜਾਂਦੀ ਹੈ, ਮਿਕਸ ਕਰ ਜਾਂਦੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਜੋ ਗੁਲਾਬੀ ਰੰਗ ਦੀ ਲਾਈਨ ਹੈ ਕਿ ਮੈਗਨੀਸ਼ੀਅਮ ਦੇ ਨਾਲ ਆਕਸੀਜਨ ਜੁੜੀ ਹੈ, ਮਤਲਬ ਕਿ ਇਸ ਤਰਫ ਕੀ ਹੈ, ਆਕਸੀਜਨ ਗੇਨ ਹੋਈ ਹੈ, ਆਕਸੀਜਨ ਦਾ ਵਾਧਾ ਹੋ ਗਿਆ। ਸੋ ਇਹ ਕੀ ਹੋ ਗਿਆ, ਮੇਰਾ ਆਕਸੀਕਰਨ ਹੋ ਗਿਆ। ਦੂਸਰੇ ਪਾਸੇ ਦੇਖ ਸਕਦੇ ਹੋ Cu O ਤੋਂ O ਜੋ ਹੈ ਉਹ ਲਿਥ ਗਿਆ, ਹਟ ਗਿਆ ਹੈ। ਸੋ Cu O ਤੋਂ ਕੀ ਬਣ ਕੇ ਰਹਿ ਗਿਆ ਹੈ, ਇਕੱਲਾ ਕੋਪਰ ਬਣ ਕੇ ਰਹਿ ਗਿਆ ਹੈ। ਸੋ ਇਹ ਕੀ ਹੋ ਗਈ, ਲਘੂਕਰਨ, ਯਾਨੀ ਕਿ ਰਿਡਕਸ਼ਨ। ਇਸੇ ਤਰ੍ਹਾਂ ਹੀ ਦੂਸਰੀ ਐਗਜ਼ਾਮਪਲ 'ਚ ਦੇਖ ਸਕਦੇ ਹੋ, ਇੱਕ ਪਾਸੇ ਲੋਸ ਆਫ ਹਾਈਡਰੋਜਨ ਹੋ ਰਿਹਾ ਹੈ, NH3 ਤੋਂ ਹਾਈਡਰੋਜਨ ਲਿਥ ਗਿਆ ਹੈ ਅਤੇ ਕਿਸ ਨਾਲ ਜੁੜ ਗਿਆ ਹੈ, Br ਦੇ ਨਾਲ ਜਾ ਕੇ। ਜਿਸ ਪਾਸੋਂ ਹਾਈਡਰੋਜਨ ਲਿਥਦਾ ਹੈ ਉਸ ਨੂੰ ਮੈਂ ਕੀ ਕਹਿ ਦਿੰਦਾ ਹਾਂ, ਆਕਸੀਡੇਸ਼ਨ। ਜਿਸ ਪਾਸੇ ਹਾਈਡਰੋਜਨ ਲੱਗਦਾ ਹੈ ਜਾਂ ਹਾਈਡਰੋਜਨ ਦਾ ਵਾਧਾ ਹੁੰਦਾ ਹੈ ਉਹਨੂੰ ਮੈਂ ਕੀ ਕਹਿ ਦਿੰਦਾ ਹਾਂ, ਰਿਡਕਸ਼ਨ। ਸੋ ਕਿਸੇ ਕਿਰਿਆ ਵਿੱਚ ਜਦੋਂ ਇੱਕ ਵਸਤੂ ਆਕਸੀਕ੍ਰਿਤ ਹੁੰਦੀ ਹੈ, ਭਾਵ ਕਿ ਇਸ ਦਾ ਆਕਸੀਕਰਨ ਹੁੰਦਾ ਹੈ, ਅਤੇ ਦੂਜੀ ਲਘੂਕ੍ਰਿਤ ਹੁੰਦੀ ਹੈ, ਭਾਵ ਕਿ ਲਘੂਕਰਨ ਹੁੰਦਾ ਹੈ, ਤਾਂ ਅਜਿਹੀਆਂ ਕਿਰਿਆਵਾਂ ਨੂੰ ਮੈਂ ਕੀ ਕਹਿ ਦਿੰਦਾ ਹਾਂ, ਆਕਸੀਕਰਨ ਲਘੂਕਰਨ ਕਿਰਿਆਵਾਂ ਜਾਂ ਰਿਡੋਕਸ ਰਿਐਕਸ਼ਨ, ਜਾਂ ਇਸ ਨੂੰ ਮੈਂ ਰਿਡੋਕਸ ਕਿਰਿਆਵਾਂ ਆਖ ਦਿੰਦਾ ਹਾਂ। ਜਿਸ ਵਿੱਚ ਆਕਸੀਕ੍ਰਿਤ ਅਤੇ ਲਘੂਕਰਨ ਹੋਵੇ ਉਹ ਕਿਹੜੀਆਂ ਕਿਰਿਆਵਾਂ ਹੋ ਗਈਆਂ, ਰਿਡੋਕਸ ਕਿਰਿਆਵਾਂ, ਰਿਡੋਕਸ ਰਿਐਕਸ਼ਨਸ। ਸੋ ਇਸ ਦੇ ਨਾਲ ਇੱਕ ਹੋਰ ਵੀ ਫੈਕਟ ਜੁੜਿਆ ਹੈ, ਮੈਂ ਨੀਚੇ ਲਿਖਿਆ ਹੋਇਆ ਹੈ। ਆਕਸੀਡੇਸ਼ਨ ਦੀ ਇੱਕ ਹੋਰ ਵੀ ਅਸੀਂ ਡੈਫੀਨੇਸ਼ਨ ਲੈ ਸਕਦੇ ਹਾਂ, ਇੱਕ ਹੋਰ ਵੀ ਇਸ ਦਾ ਮੀਨਿੰਗ ਹੈ ਕਿ ਆਕਸੀਡੇਸ਼ਨ ਇਜ਼ ਲੋਸ ਆਫ ਇਲੈਕਟ੍ਰੋਨ। ਜਿਹਦੇ ਵਿੱਚੋਂ ਇਲੈਕਟ੍ਰੋਨ ਦੀ ਹਾਨੀ ਹੁੰਦੀ ਆ ਉਸ ਨੂੰ ਮੈਂ ਕੀ ਕਹਿ ਦਿੰਦਾ, ਆਕਸੀਕਰਨ ਕਹਿ ਦਿੰਦਾ ਹਾਂ। ਹਾਲੇ ਕਿ ਤੁਹਾਡੀ ਬੁੱਕ ਦੇ ਵਿੱਚ ਸਿਰਫ ਉੱਪਰ ਵਾਲਾ ਪੋਰਸ਼ਨ ਹੀ ਜ਼ਿਆਦਾ ਡਿਟੇਲ ਵਿੱਚ ਦਿੱਤਾ ਗਿਆ ਹੈ। ਇਹ ਪੋਰਸ਼ਨ ਮੈਂ ਤੁਹਾਡੀ ਨੌਲੇਜ ਵਾਸਤੇ ਵਧਾ ਰਿਹਾ ਹਾਂ ਕਿ ਆਕਸੀਡੇਸ਼ਨ ਇਜ਼ ਆਲਸੋ ਦੀ ਲੋਸ ਆਫ ਇਲੈਕਟ੍ਰੋਨ, ਜਿਸ ਵਿੱਚ ਇਲੈਕਟ੍ਰੋਨਸ ਦੀ ਕੀ ਹੁੰਦੀ ਹੋਵੇ, ਹਾਨੀ, ਅਸੀਂ ਉਸ ਨੂੰ ਵੀ ਆਕਸੀਕਰਨ ਆਖ ਦਿੰਦੇ ਹਾਂ। ਤੇ ਦੂਸਰੇ ਪਾਸੇ ਕੀ ਹੈ, ਰਿਡਕਸ਼ਨ ਇਜ਼ ਦਾ ਗੇਨ ਆਫ ਇਲੈਕਟ੍ਰੋਨ, ਜਿਸ ਵਿੱਚ ਇਲੈਕਟ੍ਰੋਨ ਦਾ ਵਾਧਾ ਹੁੰਦਾ ਹੋਵੇ ਉਸ ਨੂੰ ਮੈਂ ਕੀ ਕਹਿ ਦਿੰਦਾ ਹਾਂ, ਲਘੂਕਰਨ, ਰਿਡਕਸ਼ਨ। ਇਸ ਨੂੰ ਯਾਦ ਕਰਨ ਵਾਸਤੇ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ, OL। OL ਮਤਲਬ ਕਿ O ਤੋਂ ਆਕਸੀਜਨ, I ਤੋਂ ਇਜ਼, L ਤੋਂ ਲੋਸ। ਆਕਸੀਡੇਸ਼ਨ ਇਜ਼ ਲੋਸ ਆਫ ਇਲੈਕਟ੍ਰੋਨ। ਇਸੇ ਤਰ੍ਹਾਂ ਹੀ ਸ਼ਾਰਟਕਟ ਮੈਂ ਵਰਤਿਆ ਦੂਸਰੇ ਪਾਸੇ RIZ। R ਤੋਂ ਕੀ ਭਾਵ ਹੋ ਗਿਆ, ਰਿਡਕਸ਼ਨ, I ਤੋਂ ਇਜ਼ ਦੇ ਬਾਅਦ ਵਿੱਚ ਗੇਨ। ਸੋ ਬੱਚਿਓ ਇਹ ਸਨ ਆਕਸੀਕਰਨ ਅਤੇ ਲਘੂਕਰਨ। ਇੱਕ ਛੋਟਾ ਜਿਹਾ ਟੌਪਿਕ ਤੁਹਾਡੀ ਕਿਤਾਬ ਵਿੱਚ ਦਿੱਤਾ ਹੈ, ਤੁਸੀਂ ਬਿਲਕੁਲ ਸਿੰਪਲ ਤਰੀਕੇ ਨਾਲ ਯਾਦ ਰੱਖਣਾ ਹੈ। ਆਕਸੀਡੇਸ਼ਨ ਇਜ਼ ਗੇਨ ਆਫ ਆਕਸੀਜਨ ਐਂਡ ਰਿਡਕਸ਼ਨ ਮੀਨਸ ਕਿ ਜਿਹਦੇ ਵਿੱਚ ਕੀ ਆ, ਹਾਈਡਰੋਜਨ ਦਾ ਵਾਧਾ ਅਤੇ ਆਕਸੀਜਨ ਦੀ ਹਾਨੀ ਹੁੰਦੀ ਹੈ। ਸੋ ਇਹਨਾਂ ਦੋਨਾਂ ਗੱਲਾਂ ਨੂੰ ਤੁਸੀਂ ਯਾਦ ਰੱਖਣਾ ਹੈ। ਇਹ ਤੁਹਾਡੇ ਜੋ ਇਗਜ਼ਾਮ ਹੁੰਦੇ ਹਨ ਉਹਦੇ ਵਿੱਚ 1 ਜਾਂ 2 ਨੰਬਰ ਦੇ ਵਿੱਚ ਆ ਜਾਂਦਾ ਹੈ, ਕਿਸ ਤਰਫ ਆਕਸੀਡੇਸ਼ਨ ਹੁੰਦੀ ਹੈ ਅਤੇ ਕਿਸ ਤਰਫ ਰਿਡਕਸ਼ਨ ਹੁੰਦੀ ਹੈ। ਇਸ ਨੂੰ ਬਹੁਤ ਹੀ ਧਿਆਨਪੂਰਵਕ ਨੋਟ ਕਰਨਾ ਹੈ ਅਤੇ ਆਪਣੀ ਕਾਪੀਆਂ ਉੱਪਰ ਜਾਂ ਕਿਤਾਬਾਂ ਉੱਪਰ ਇਸ ਦੀ ਪ੍ਰੈਕਟਿਸ ਕਰਨੀ ਹੈ। ਸੋ ਬੱਚਿਓ ਆਓ ਅਸੀਂ ਚੱਲਦੇ ਹਾਂ ਅਗਲੇ ਟੌਪਿਕ ਵੱਲ। ਤੁਹਾਡੀ ਕਿਤਾਬ ਦੇ ਵਿੱਚ ਜੋ ਲਾਸਟ ਵਿੱਚ 2 ਟੌਪਿਕ ਦਿੱਤੇ ਹਨ, ਕਰੋਜ਼ਨ ਅਤੇ ਰੈਂਸੀਡਿਟੀ, ਉਸ ਨੂੰ ਲਵਾਂਗੇ। ਬਹੁਤਾ ਡਿਟੇਲ ਵਿੱਚ ਜਾਣ ਦੀ ਲੋੜ ਨਹੀਂ ਹੈ, ਸਿੰਪਲ ਤੁਹਾਨੂੰ ਪੇਪਰਾਂ ਦੇ ਵਿੱਚ ਆਉਂਦਾ ਕਿ ਇਹਦੀ ਡੈਫੀਨੇਸ਼ਨ ਅਤੇ ਕਿਸ ਤਰ੍ਹਾਂ ਹੁੰਦਾ ਹੈ ਅਤੇ ਕਿਸ ਤਰ੍ਹਾਂ ਇਹ ਤੋਂ ਬਚਾਅ ਕਰਨਾ ਹੈ। ਸੋ ਸਭ ਤੋਂ ਪਹਿਲਾ ਟੌਪਿਕ ਹੈ ਖੋਰਨ, ਇੰਗਲਿਸ਼ ਵਿੱਚ ਮੈਂ ਇਹਨੂੰ ਕਹਿ ਦਿੰਦਾ ਕਰੋਜ਼ਨ। ਸੋ ਕਰੋਜ਼ਨ ਦੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਕਰੋਜ਼ਨ ਇਜ਼ ਦਾ ਡਿਟੋਰੇਸ਼ਨ ਆਫ ਏ ਮੈਟਲਸ ਐਜ਼ ਅ ਰਿਜ਼ਲਟ ਆਫ ਕੈਮੀਕਲ ਰਿਐਕਸ਼ਨ ਬਿਟਵੀਨ ਇਟ ਐਂਡ ਦਾ ਸਰਾਊਂਡਿੰਗ ਇਨਵਾਇਰਮੈਂਟ। ਭਾਵ ਕਿ ਖੋਰਨ ਇੱਕ ਰਸਾਇਣਿਕ ਕਿਰਿਆ ਹੈ ਜੋ ਕਿਸੇ ਧਾਤ ਅਤੇ ਇਸ ਦੇ ਆਲੇ ਦੁਆਲੇ ਮੌਜੂਦ ਹਵਾ, ਨਮੀ ਆਦਿ ਵਿਚਕਾਰ ਵਾਪਰਦੀ ਹੈ। ਤੁਸੀਂ ਘਰਾਂ ਵਿੱਚ ਸਭ ਨੇ ਦੇਖਿਆ ਹੋਵੇਗਾ ਕਿ ਜੋ ਲੋਹਾ ਹੁੰਦਾ ਹੈ, ਜਦੋਂ ਮੈਂ ਉਸ ਨੂੰ ਬਾਹਰ ਰੱਖ ਦਿੰਦਾ ਹਾਂ, ਓਪਨ ਇਨਵਾਇਰਮੈਂਟ ਦੇ ਵਿੱਚ, ਵਾਤਾਵਰਨ ਦੇ ਵਿੱਚ ਰੱਖ ਦਿੰਦਾ ਹਾਂ, ਤਾਂ ਥੋੜ੍ਹੇ ਦਿਨਾਂ ਵਿੱਚ ਜੋ ਲੋਹੇ ਦਾ ਰੰਗ ਹੈ ਉਹ ਚੇਂਜ ਹੋ ਜਾਂਦਾ ਹੈ, ਉਸ ਉੱਪਰ ਭੂਰੇ ਰੰਗ ਦੀ ਪਰਤ ਚੜ੍ਹਨੀ ਸਟਾਰਟ ਹੋ ਜਾਂਦੀ ਹੈ। ਸੋ ਅਸੀਂ ਉਸ ਨੂੰ ਆਮ ਕਹਿ ਦਿੰਦੇ ਹਾਂ ਕਿ ਲੋਹੇ ਨੂੰ ਕੀ ਆ, ਉਹ ਜੰਗ ਲੱਗ ਗਿਆ ਹੈ। ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਆਪਣੇ ਘਰਾਂ ਦੇ ਵਿੱਚ ਕਿ ਕੋਈ ਵੀ ਲੋਹੇ ਵਾਲੀ ਵਸਤੂ ਜਦੋਂ ਬਾਹਰ ਆ ਜਾਂਦੀ ਹੈ ਤਾਂ ਉਸ ਦਾ ਰੰਗ ਕੀ ਇੱਕਦਮ ਚੇਂਜ ਹੋ ਜਾਂਦਾ ਹੈ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਇੱਕ ਸੰਗਲ ਹੈ, ਉਹ ਇੱਕ ਸਾਫ਼ ਜਦੋਂ ਹੈ ਤਾਂ ਬਿਲਕੁਲ ਸਾਫ਼ ਦਿਸ ਰਿਹਾ ਹੈ, ਲੇਕਿਨ ਜਦੋਂ ਉਸ ਨੂੰ ਜੰਗ ਲੱਗ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਸ ਦਾ ਰੰਗ ਚੇਂਜ ਹੋ ਰਿਹਾ ਹੈ। ਇਸ ਨੂੰ ਆਪਾਂ ਇੰਗਲਿਸ਼ ਵਿੱਚ ਰਸਟਿੰਗ ਵੀ ਕਹਿ ਦਿੰਦੇ ਹਾਂ, ਰਸਟਿੰਗ ਆਫ ਆਇਰਨ।
ਦੂਸਰਾ ਤੁਸੀਂ ਦੇਖਿਆ ਹੈ ਕਿ ਜੋ ਚਾਂਦੀ ਉੱਪਰ ਕਾਲੀ ਪਰਤ ਚੜ ਜਾਂਦੀ ਹੈ, ਇਹ ਵੀ ਇੱਕ ਕਾਹਦੀ ਐਗਜ਼ਾਮਪਲ ਹੈ, ਖੋਰਨ ਦੀ ਐਗਜ਼ਾਮਪਲ ਹੈ। ਇਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਤਾਂਬੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਘਰਾਂ ਵਿੱਚ ਪਈਆਂ ਰਹਿੰਦੀਆਂ ਹਨ। ਜਦੋਂ ਉਸ ਨੂੰ ਬਾਹਰ ਕਿਤੇ ਵੀ ਰੱਖ ਦਿੰਦੇ ਹਾਂ ਤਾਂ ਉਸ ਨੂੰ ਯੂਜ਼ ਨਹੀਂ ਕਰਦੇ, ਸਾਫ਼ ਨਹੀਂ ਕਰਦੇ ਚੰਗੀ ਤਰ੍ਹਾਂ, ਤਾਂ ਥੋੜ੍ਹੇ ਦਿਨਾਂ ਵਿੱਚ ਦੇਖ ਸਕਦੇ ਤੁਸੀਂ ਤਾਂਬੇ ਉੱਪਰ ਕੀ ਹੈ, ਇੱਕ ਹਰੀ ਪਰਤ ਚੜ੍ਹਨੀ ਸਟਾਰਟ ਹੋ ਜਾਂਦੀ ਹੈ। ਸੋ ਇਹ ਵੀ ਕੀ ਇੱਕ ਐਗਜ਼ਾਮਪਲ ਹੈ, ਖੋਰਨ ਦੀ ਐਗਜ਼ਾਮਪਲ ਹੈ। ਦੇਖਿਆ ਜਾਵੇ ਤਾਂ ਜੋ ਖੋਰਨ ਹੈ, ਕਰੋਜ਼ਨ ਹੈ, ਇੱਕ ਬਹੁਤ ਹੀ ਘਾਤਕ ਹੋ ਸਕਦੀ ਹੈ ਕਿਸੇ ਵੀ ਮੈਟਲ ਵਾਸਤੇ। ਸੋ ਅਸੀਂ ਇਸ ਤੋਂ ਬਚਣ ਵਾਸਤੇ ਕੀ ਕਰਦੇ ਹਾਂ, ਲੋਹੇ ਨੂੰ ਜੰਗ ਤੋਂ ਬਚਾਉਣ ਵਾਸਤੇ ਅਸੀਂ ਕੀ ਕਰਦੇ, ਉਸ ਦੇ ਉੱਪਰ ਰੰਗ ਕਰ ਦਿੰਦੇ ਹਾਂ। ਇਸੇ ਤਰ੍ਹਾਂ ਕਿ ਚਾਂਦੀ ਦੇ ਭਾਂਡਿਆਂ ਉੱਪਰ ਵੀ ਅਸੀਂ ਕਲੀ ਕਰ ਦਿੰਦੇ ਹਾਂ, ਤਾਂਬੇ ਉੱਪਰ ਵੀ ਕਲਰ ਕਰ ਦਿੰਦੇ ਹਾਂ। ਉਹ ਕਲਰ ਔਰ ਜੋ ਰੰਗ ਹੈ, ਉਹ ਜੋ ਪਰਤ ਹੁੰਦੀ ਹੈ ਰੰਗ ਦੀ, ਉਹ ਧਾਤੂ ਨੂੰ, ਮੈਟਲ ਨੂੰ ਡਾਇਰੈਕਟ ਹਵਾ ਦੇ ਵਿੱਚ ਆਉਣ ਨਾਲੋਂ ਰੋਕ ਦਿੰਦਾ ਹੈ, ਜਾਣੀ ਕਿ ਇੱਕ ਬੈਰੀਅਰ ਬਣ ਜਾਂਦਾ ਹੈ। ਔਰ ਰੰਗ ਦੀ ਪਰਤ ਕਰਕੇ ਜੋ ਧਾਤੂ ਹੈ, ਮੈਟਲ ਹੈ, ਉਹ ਡਾਇਰੈਕਟਲੀ ਹਵਾ ਦੇ ਕੰਟੈਕਟ ਵਿੱਚ ਨਹੀਂ ਆਉਂਦਾ। ਇਸ ਕਰਕੇ ਕੀ ਹੈ, ਉਹ ਉਸ ਨੂੰ ਬਚਾ ਲੈਂਦਾ। ਇਸੇ ਕਰਕੇ ਹੀ ਜੋ ਅਸੀਂ ਲੋਹੇ ਦਾ ਮਟੀਰੀਅਲ ਆਪਣੇ ਘਰਾਂ ਵਿੱਚ ਲਗਾਉਂਦੇ ਹਾਂ, ਉਸ ਨੂੰ ਜਲਦੀ ਹੀ ਰੰਗ ਕਰ ਦਿੰਦੇ ਹਾਂ। ਅਗਰ ਅਸੀਂ ਰੰਗ ਨਹੀਂ ਕਰਦੇ ਤਾਂ ਘਰਾਂ ਵਿੱਚ ਦੇਖਦੇ ਹਾਂ ਕਿ ਉਸ ਨੂੰ ਆਰਾਮ ਨਾਲ ਜੰਗ ਲੱਗ ਜਾਂਦਾ ਹੈ। ਇਸੇ ਤਰ੍ਹਾਂ ਚਾਂਦੀ ਦੇ ਭਾਂਡਿਆਂ ਉੱਪਰ ਵੀ ਕਲੀ ਕਰਵਾਉਂਦੇ ਆ, ਤਾਂਬੇ ਉੱਪਰ ਵੀ ਕੁਛ ਨਾ ਕੁਛ ਐਸਾ ਕਲਰ ਕਰਵਾਉਂਦੇ ਆ। ਤੋ ਇਹ ਕਿਸ ਦੀਆਂ ਐਗਜ਼ਾਮਪਲ ਸਨ, ਖੋਰਨ ਦੀਆਂ ਐਗਜ਼ਾਮਪਲਾਂ ਸਨ। ਇਹ ਖੋਰਨ ਇੱਕ ਰਸਾਇਣਿਕ ਕਿਰਿਆ ਹੈ ਜਿਹੜਾ ਕਿ ਕਿਸੇ ਵੀ ਧਾਤੂ ਉੱਪਰ ਹਵਾ ਦੀ ਨਮੀ ਵਿੱਚ ਵਾਪਰਦਾ ਹੈ। ਸੋ ਆਓ ਅਸੀਂ ਲਾਸਟ ਟੌਪਿਕ ਵੱਲ ਚੱਲਦੇ ਹਾਂ, ਜਿਸ ਦਾ ਨਾਮ ਹੈ ਰੈਂਸੀਡਿਟੀ, ਭਾਵ ਕਿ ਦੁਰਗੰਧਤਾ। ਸੋ ਦੁਰਗੰਧਤਾ ਭਾਵ ਰੈਂਸੀਡਿਟੀ ਤੋਂ ਭਾਵ ਹੈ ਕਿ ਜਿਹੜੇ ਭੋਜਨ ਪਦਾਰਥ ਲੰਮੇ ਸਮੇਂ ਤੱਕ ਪਏ ਰਹਿ ਜਾਂਦੇ ਹਨ, ਜਿਵੇਂ ਕਿ ਚਰਬੀ ਹੋ ਗਈ, ਤੇਲ ਪਦਾਰਥ ਵਾਲੇ ਭੋਜਨ ਹੋ ਗਏ, ਤਾਂ ਉਹ ਲੰਬੇ ਸਮੇਂ ਤੱਕ ਰਹਿਣ ਕਾਰਨ ਉਹਨਾਂ ਦਾ ਕੀ ਹੋ ਜਾਂਦਾ ਹੈ, ਆਕਸੀਕਰਨ ਹੋ ਜਾਂਦਾ ਹੈ, ਜਿਸ ਕਰਕੇ ਨਤੀਜੇ ਵਜੋਂ ਉਹਨਾਂ ਦਾ ਸਵਾਦ ਹੁੰਦਾ ਹੈ ਖਰਾਬ ਹੋ ਜਾਂਦਾ ਹੈ, ਭਾਵ ਉਹ ਬੇਸਵਾਦੇ ਹੋ ਜਾਂਦੇ ਹਨ। ਨਤੀਜੇ ਵਜੋਂ ਉਹਨਾਂ ਵਿੱਚੋਂ ਦੁਰਗੰਧ ਆਉਣ ਲੱਗ ਜਾਂਦੀ ਹੈ। ਸੋ ਇਸ ਵਰਤਾਰੇ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਦੁਰਗੰਧਤਾ ਕਹਿ ਦਿੰਦੇ ਹਾਂ। ਅਸੀਂ ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ, ਉਹਨਾਂ ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ ਅਸੀਂ ਕੀ ਕਰਦੇ ਹਾਂ, ਹਵਾ ਰੋਧਕ ਬਰਤਨਾਂ ਵਿੱਚ ਉਸ ਨੂੰ ਪਾ ਦਿੰਦੇ ਹਾਂ ਤਾਂ ਕਿ ਉਹਨਾਂ ਦਾ ਆਕਸੀਕਰਨ ਨਾ ਹੋ ਸਕੇ। ਜਾਂ ਫਿਰ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਵਿੱਚ ਐਂਟੀਆਕਸੀਡੈਂਟ ਪਦਾਰਥ ਮਿਲਾ ਦਿੰਦੇ ਹਾਂ ਤਾਂ ਕਿ ਉਹਨਾਂ ਦਾ ਆਕਸੀਕਰਨ ਨਾ ਹੋ ਸਕੇ। ਤੁਸੀਂ ਦੇਖਿਆ ਹੋਵੇਗਾ ਜੋ ਅਸੀਂ ਚਿਪਸ ਜਾਂ ਲੇਸ ਦੇ ਪੈਕਟ ਲੈਂਦੇ ਹਾਂ, ਤਾਂ ਲੇਸ ਦੇ ਪੈਕਟ ਵਿੱਚ ਹਵਾ ਭਰੀ ਹੁੰਦੀ ਹੈ, ਤਾਂ ਕੀ ਕਰਦੇ ਹਨ, ਉਸ ਹਵਾ ਨੂੰ ਕੱਢ ਕੇ ਉਸ ਵਿੱਚ ਕਿਹੜੀ ਗੈਸ ਭਰ ਦਿੰਦੇ ਆ, ਨਾਈਟ੍ਰੋਜਨ ਗੈਸ ਭਰ ਦਿੰਦੇ ਹਾਂ, ਤਾਂ ਕਿ ਜੋ ਲੇਸ ਹੈ ਉਸ ਦਾ ਕੀ ਹੈ, ਆਕਸੀਕਰਨ ਨਾ ਹੋ ਸਕੇ। ਇਸੇ ਕਰਕੇ ਜਦੋਂ ਅਸੀਂ ਉਸ ਨੂੰ ਖਾਂਦੇ ਹਾਂ ਤਾਂ ਉਸ ਵਿੱਚੋਂ ਹਵਾ ਨਿਕਲਦੀ ਹੈ। ਉਹ ਹਵਾ ਕੀ ਹੁੰਦੀ ਹੈ, ਨਾਈਟ੍ਰੋਜਨ ਗੈਸ ਹੁੰਦੀ ਹੈ। ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਮਾਟਰ ਹੈ, ਕਿਸ ਤਰ੍ਹਾਂ ਉਸ ਦਾ ਆਕਸੀਕਰਨ ਹੋ ਰਿਹਾ ਹੈ ਅਤੇ ਕਿਸ ਤਰ੍ਹਾਂ ਉਹ ਪਹਿਲਾਂ ਖਰਾਬ ਹੋ ਜਾਂਦਾ ਹੈ ਅਤੇ ਬਿਲਕੁਲ ਹੀ ਬੇਸਵਾਦਾ ਅਤੇ ਖਰਾਬ ਹੋ ਜਾਂਦਾ ਹੈ, ਭਾਵ ਕਿ ਉਹ ਯੂਜ਼ ਕਰਨ ਲਈ ਨਹੀਂ ਰਹਿ ਜਾਂਦਾ। ਸੋ ਪਿਆਰੇ ਬੱਚਿਓ, ਇਹ ਸਨ ਅੱਜ ਦੇ ਟੌਪਿਕ ਜੋ ਮੈਂ ਤੁਹਾਨੂੰ ਕਲੀਅਰ ਕਰਵਾਏ ਹਨ। ਇਹ ਸਾਡਾ ਲਾਸਟ ਟੌਪਿਕ ਸੀ ਜਿਸ ਦਾ ਨਾਮ ਸੀ ਦੁਰਗੰਧਤਾ। ਸੋ ਪਿਆਰੇ ਬੱਚਿਓ, ਇਸ ਵਿੱਚ ਅਸੀਂ ਦੇਖਿਆ ਹੈ ਵੀਡੀਓ ਦੇ ਵਿੱਚ ਕਿ ਟਾਈਪ ਆਫ ਕੈਮੀਕਲ ਰਿਐਕਸ਼ਨ ਕਿੰਨੇ ਤਰ੍ਹਾਂ ਦੀਆਂ ਕਿਸਮਾਂ ਸਨ। ਉਸ ਦੇ ਨਾਲ ਅਸੀਂ ਆਕਸੀਕਰਨ ਅਤੇ ਲਘੂਕਰਨ ਵੀ ਦੇਖਿਆ, ਔਰ ਇਸ ਲਾਸਟ ਵਿੱਚ ਅਸੀਂ ਕਰੋਜ਼ਨ ਅਤੇ ਰੈਸੀਡਿਟੀ ਨੂੰ ਵੀ ਸਮਝਿਆ। ਸੋ ਇਸ ਵਿੱਚ ਕੋਈ ਗਰੇਜ਼ ਨਹੀਂ ਹੈ ਕਿ ਵੀਡੀਓ ਵਾਕਈ ਹੀ ਥੋੜ੍ਹੀ ਲੰਬੀ ਹੋ ਗਈ ਹੈ, ਲੇਕਿਨ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਪਹਿਲਾ ਅਧਿਆਇ ਨੂੰ ਪੂਰਾ ਕਰਨਾ ਸੀ, ਸੋ ਹਰ ਇੱਕ ਅਧਿਆਇ ਨੂੰ ਬੜੀ ਡਿਟੇਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਇਸ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਕਰਨ ਵਾਸਤੇ ਜੋ ਸਾਡੀਆਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵਿਗਿਆਨ ਦੀ ਕਿਤਾਬ ਹੈ, ਉਸ ਵਿੱਚੋਂ ਹੀ ਮੈਂ ਜ਼ਿਆਦਾ ਐਗਜ਼ਾਮਪਲਸ ਲਈਆਂ ਹਨ ਤਾਂ ਕਿ ਬੱਚੇ ਜ਼ਿਆਦਾ ਯੂਜ਼ ਉਸ ਕਿਤਾਬ ਨਾਲ ਰਹਿਣ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਟੌਪਿਕਸ ਨੂੰ ਕਲੀਅਰ ਕਰਨ। ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਚੀਜ਼ ਨੂੰ ਡਿਟੇਲ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ। ਸੋ ਫਿਰ ਵੀ ਅਗਰ ਕਿਤੇ ਕੋਈ ਗੱਲ ਰਹਿ ਗਈ ਹੋਵੇ ਜਾਂ ਬੱਚਿਆਂ ਨੂੰ ਕੁਛ ਨਾ ਸਮਝ ਲੱਗਾ ਹੋਵੇ ਤਾਂ ਇਸ ਵੀਡੀਓ ਦੇ ਨੀਚੇ ਉਹ ਕਮੈਂਟ ਕਰਕੇ ਡਾਇਰੈਕਟਲੀ ਮੈਨੂੰ ਉਸ ਚੀਜ਼ ਬਾਰੇ ਪੁੱਛ ਸਕਦੇ ਹਨ। ਕਿਸੇ ਵੀ ਤਰ੍ਹਾਂ ਦਾ ਸਵਾਲ, ਕਿਸੇ ਵੀ ਤਰ੍ਹਾਂ ਦੀ ਗੱਲ, ਉਹ ਇਸ ਵੀਡੀਓ ਦੇ ਨੀਚੇ ਜੋ ਕਮੈਂਟ ਬਾਕਸ ਹੈ ਉਸ ਵਿੱਚ